ਸਤਿ ਸ਼੍ਰੀ ਅਕਾਲ ਜੀ। ਤੁਸੀਂ ਵੇਖ ਰਹੇ ਹੋ ਪੰਜਾਬ ਮਿਲ USA TV। ਮੈਂ ਹਾਂ ਸੰਜੀਵ ਯਸ਼ ਖੰਨਾ, ਤੁਹਾਡਾ ਸਾਰਿਆਂ ਦਾ ਸਵਾਗਤ ਪੰਜਾਬ ਚਰਚਾ ਦੇ ਵਿੱਚ। ਬਿਜਲੀ ਸੋਧ ਬਿੱਲ 2022 ਲੋਕ ਸਭਾ ਦੇ ਵਿੱਚ ਪੇਸ਼ ਕੀਤਾ ਗਿਆ। ਵੱਖ-ਵੱਖ ਬਹਿਸਾਂ ਛਿੜ ਚੁੱਕੀਆਂ ਨੇ ਇਸ ਬਿੱਲ ਦੇ ਉੱਤੇ। ਸਰਕਾਰ ਆਪਣਾ ਪੱਖ ਪੂਰਦੀ ਪਈ ਹੈ। ਸਰਕਾਰ ਕਹਿੰਦੀ ਹੈ ਕਿ ਦੇਸ਼ ਦੀ ਤਰੱਕੀ ਵਾਸਤੇ ਤੇ ਬਿਜਲੀ ਖੇਤਰ, ਬਿਜਲੀ ਸੈਕਟਰ ਦੀ ਤਰੱਕੀ ਵਾਸਤੇ ਬਹੁਤ ਜ਼ਿਆਦਾ ਜ਼ਰੂਰੀ ਹੈ ਬਿੱਲ, ਔਰ ਇਹਦੇ ਨਤੀਜੇ ਬਹੁਤ ਵਧੀਆ ਸਾਹਮਣੇ ਆਉਣਗੇ। ਇੱਕ ਵਾਰੀ ਇਹਨੂੰ ਪਾਸ ਹੋ ਕੇ ਲਾਗੂ ਹੋ ਲੈਣ ਦਿਓ। ਪਰ ਵਿਰੋਧੀ ਧਿਰਾਂ ਕੁਝ ਅਲੱਗ ਹੀ ਰਾਗ ਅਲਾਪਦੀਆਂ ਪਈਆਂ ਨੇ। ਸਾਡੇ ਪੰਜਾਬ ਦੇ CM ਭਗਵੰਤ ਮਾਨ ਵੀ ਵੱਖਰੀ ਗੱਲ ਕਰਦੇ ਪਏ ਨੇ। ਇਹ ਵਿਰੋਧੀ ਧਿਰਾਂ ਇਹ ਗੱਲ ਕਰ ਰਹੀਆਂ ਨੇ ਕਿ ਇਸ ਬਿੱਲ ਦੇ ਪਾਸ ਹੋਣ ਦੇ ਨਾਲ ਨਿੱਜੀਕਰਨ ਵਧੂਗਾ, ਦੇਸ਼ ਨੂੰ ਨੁਕਸਾਨ ਹੋਊਗਾ, ਲੋਕਾਂ ਨੂੰ ਨੁਕਸਾਨ ਹੋਊਗਾ ਤੇ ਜਿਹੜੀਆਂ ਸਾਰੀਆਂ ਸਟੇਟਸ ਨੇ, ਰਾਜ ਸਰਕਾਰਾਂ ਨੇ, ਉਹਨਾਂ ਦੇ ਹੱਕਾਂ ਦਾ ਘਾਣ ਹੋਏਗਾ, ਉਹਨਾਂ ਦੇ ਹੱਕਾਂ ਦੇ ਉੱਤੇ ਡਾਕਾ ਪਏਗਾ। ਕਿਉਂਕਿ ਤੁਸੀਂ ਖੁੱਲ੍ਹੀ ਡਿਬੇਟ ਨਹੀਂ ਕਰ ਰਹੇ, ਤੁਹਾਡੇ ਕੋਲ ਲੋਕ ਸਭਾ ਦੇ ਵਿੱਚ ਬਹੁਮਤ ਹੈ। ਇਸ ਕਰਕੇ ਕੋਈ ਵੀ ਕਾਨੂੰਨ ਤੁਸੀਂ ਪਾਸ ਕਰਨ ਤੋਂ ਪਹਿਲਾਂ ਜੋ ਬਹਿਸ ਚਾਹੀਦੀ ਹੈ ਉਹ ਬਹਿਸ ਨਹੀਂ ਕਰਵਾਉਂਦੇ, ਤੁਸੀਂ ਬਸ ਆਪਣੀ ਮਰਜ਼ੀ ਲਾਗੂ ਕਰ ਦਿੰਦੇ ਹੋ। ਸੋ ਜਦੋਂ 3 ਕਿਸਾਨ ਬਿੱਲ ਪਾਸ ਕੀਤੇ ਗਏ ਉਦੋਂ ਵੀ ਇਹੀ ਉਹ ਹਾਲਾਤ ਸੀ। ਫਿਰ ਬਾਅਦ ਵਿੱਚ ਕਿਸਾਨ ਅੰਦੋਲਨ ਹੋਇਆ, ਪ੍ਰੈਸ਼ਰ ਪੈਦਾ ਕੀਤਾ ਗਿਆ ਤੇ ਫਿਰ ਇਹ ਕਾਨੂੰਨ ਵਾਪਸ ਲੈਣੇ ਪਏ ਕੇਂਦਰ ਸਰਕਾਰ ਨੂੰ। ਹੁਣ ਵੀ ਜਿਹੜੀਆਂ ਮੁਲਾਜ਼ਮਾਂ ਦੀਆਂ ਐਸੋਸੀਏਸ਼ਨਸ ਨੇ, ਸਰਕਾਰੀ ਮੁਲਾਜ਼ਮ ਨੇ ਤੇ ਨਾਲ ਜਿਹੜੇ ਕਿਸਾਨ ਜਥੇਬੰਦੀਆਂ ਨੇ, ਇਹ ਸਭ ਮਿਲ ਕੇ ਵਿਰੋਧ ਕਰ ਰਹੇ ਨੇ ਇਸ ਬਿੱਲ ਦਾ। ਸੋ ਰਲਵੀਂ ਵਿਲਵੀਂ ਪ੍ਰਤੀਕਿਰਿਆ ਮਿਲਦੀ ਪਈ ਹੈ, ਕਿਉਂਕਿ ਮਾਹਿਰ ਇਹ ਮੰਨਦੇ ਨੇ ਕਿ ਜੇਕਰ ਇਹ ਬਿੱਲ ਪਾਸ ਹੁੰਦਾ ਹੈ ਤਾਂ ਪ੍ਰਾਈਵੇਟਾਈਜ਼ ਹੋਏਗਾ ਇਹ ਸੈਕਟਰ, ਤੇ ਜਿਹੜੀਆਂ ਵੱਖੋ-ਵੱਖ ਕੰਪਨੀਆਂ ਹੋਣਗੀਆਂ ਪ੍ਰਾਈਵੇਟ ਸੈਕਟਰ ਦੀਆਂ, ਉਹ ਇਸ ਖੇਤਰ ਵਿੱਚ ਆ ਕੇ ਮੁਨਾਫੇ ਲਈ ਕੰਮ ਕਰਨਗੀਆਂ। ਕਿਉਂਕਿ ਜੋ ਬਿਜ਼ਨਸ ਕਰਦੀ ਹੈ ਕੰਪਨੀ, ਉਹਦਾ ਬਾਟਮ ਲਾਈਨ ਪ੍ਰੋਫਿਟ ਹੁੰਦਾ ਹੈ। ਸਰਵਿਸ ਦੇਣਾ ਪ੍ਰੋਫਿਟ ਵਾਸਤੇ, ਨਾ ਕਿ ਸੇਵਾ ਵਾਸਤੇ। ਸੇਵਾ ਦੇਣਾ ਸਰਕਾਰੀ ਕੰਪਨੀਆਂ ਦਾ ਕੰਮ ਹੈ, ਪਰ ਸਰਕਾਰੀ ਕੰਪਨੀਆਂ ਨੂੰ ਢਾਹ ਲੱਗਣੀ ਹੈ, ਕਿਉਂਕਿ ਨਾ ਉਹ ਸਬਸਿਡੀ ਦੇਣ ਦੇ ਕਾਬਿਲ ਹੋਣਗੀਆਂ, ਨਾ ਉਹ ਕਿਸੇ ਤਰ੍ਹਾਂ ਦੀ ਹੋਰ ਸਹੂਲੀਅਤ ਦੇਣ ਦੇ ਕਾਬਿਲ ਹੋਣਗੀਆਂ ਆਪਣੇ ਗਾਹਕਾਂ ਨੂੰ। ਤੇ ਗਾਹਕ ਦੋ ਧੜਿਆਂ 'ਚ ਵੰਡੇ ਜਾਣਗੇ। ਇੱਕ ਤਾਂ ਉਹ ਜਿਹੜੇ ਪੋਟੈਂਸ਼ੀਅਲ ਵਾਲੇ ਨੇ, ਜਿਨ੍ਹਾਂ ਕੋਲ ਪੈਸਾ ਹੈ, ਜਿਹੜੇ ਬਿਜਲੀ ਦੇ ਬਿੱਲ ਦੇ ਸਕਦੇ ਨੇ, ਤਗੜੇ ਦਾ ਤਗੜਾ ਬਿੱਲ ਵੀ ਦੇ ਸਕਦੇ ਨੇ, ਉਹਨਾਂ ਨੂੰ ਪ੍ਰਾਈਵੇਟ ਕੰਪਨੀਆਂ ਆਪਣੇ ਕਲਾਇੰਟ ਬਣਾਉਣ ਦੀ ਕੋਸ਼ਿਸ਼ ਕਰਨਗੀਆਂ। ਤੇ ਜੇ ਸਰਕਾਰੀ ਖੇਤਰ ਵੀ ਨਾਲ ਕੰਮ ਕਰਦਾ ਰਿਹਾ ਤਾਂ ਫਿਰ ਜਿਹੜੇ ਸਾਡੇ ਤੁਹਾਡੇ ਵਰਗੇ ਨਹੀਂ ਬਿੱਲ ਦੇ ਸਕਦੇ ਜਾਂ ਬਹੁਤ ਜ਼ਿਆਦਾ ਬਿੱਲ ਨਹੀਂ ਦੇ ਸਕਦੇ, ਛੋਟੀ ਜੇਬ ਦੇ ਮਾਲਕ ਨੇ, ਉਹ ਸਰਕਾਰੀ ਕੰਪਨੀਆਂ ਦੇ ਖਾਤੇ ਚਲੇ ਜਾਣਗੇ। ਸੋ ਕੁੱਲ ਮਿਲਾ ਕੇ ਸਥਿਤੀ ਇਹ ਬਣੇਗੀ, ਇੱਕ ਧੜੇਬਾਜ਼ੀ ਬਣ ਜਾਏਗੀ, ਇੱਕ ਇੰਟਰਨਲ ਕੰਪੀਟੀਸ਼ਨ ਖੜਾ ਹੋ ਜਾਏਗਾ। ਸੋ ਬਿਜਲੀ ਦੇ ਰੇਟਸ ਕੀ ਰਹਿਣਗੇ, ਇਹ ਵੀ ਇੱਕ ਮੁੱਦਾ ਬਣੇਗਾ। ਚਿਪ ਵਾਲੇ ਮੀਟਰ ਆਉਣਗੇ ਕਿ ਨਹੀਂ, ਕਿ ਮੀਟਰ ਨੂੰ ਪਹਿਲਾਂ ਰੀਚਾਰਜ ਕਰਵਾਉਣਾ ਪਏਗਾ, ਫਿਰ ਜਾ ਕੇ ਤੁਹਾਡੇ ਕੋਲ ਬਿਜਲੀ ਦੀ ਸਪਲਾਈ ਹੋਏਗੀ, ਇਹ ਵੀ ਇੱਕ ਮੁੱਦਾ ਰਹੇਗਾ। ਮਾਹਿਰ ਮੰਨਦੇ ਨੇ ਕਿ ਇਸ ਤਰ੍ਹਾਂ ਦਾ ਮੁੱਦਾ ਪਹਿਲਾਂ ਵੀ ਉੱਠਿਆ ਸੀ ਤੇ ਮੁੰਬਈ ਦੇ ਵਿੱਚ ਤੇ UK ਦੇ ਵਿੱਚ ਤੇ ਹੋਰ ਵੀ ਕਈ ਦੇਸ਼ਾਂ ਦੇ ਵਿੱਚ ਇੱਦਾਂ ਦਾ ਮਾਡਲ, ਇੱਦਾਂ ਦੀ ਪਾਲਿਸੀ ਫੇਲ ਹੋ ਚੁੱਕੀ ਹੈ, ਉਹਦੇ ਚੰਗੇ ਰਿਜ਼ਲਟ ਨਹੀਂ ਆਏ। ਤਾਂ ਇਸ ਵਾਰ ਫਿਰ ਤੋਂ ਇੱਕ ਐਕਸਪੈਰੀਮੈਂਟ ਕਰਨ ਦੇ ਮੂਡ ਵਿੱਚ ਹੈ ਕੇਂਦਰ ਸਰਕਾਰ ਤੇ ਸਾਰੀਆਂ ਰਾਜ ਸਰਕਾਰਾਂ ਵੱਲੋਂ ਵਿਰੋਧ ਹੋ ਰਿਹਾ। ਹਾਂ, ਜਿੱਥੇ ਜਿੱਥੇ BJP ਦੀ ਗਵਰਨਮੈਂਟ ਹੈ ਉੱਥੇ ਸ਼ਾਇਦ ਵਿਰੋਧੀ ਸੁਰ ਨਹੀਂ ਅਲਾਪੇ ਜਾ ਰਹੇ, ਪਰ ਬਾਕੀ ਥਾਵਾਂ ਤੇ ਵਿਰੋਧ ਹੋ ਰਿਹਾ, ਤਗੜਾ ਵਿਰੋਧ ਹੋ ਰਿਹਾ। ਸੋ ਜਿਉਂ-ਜਿਉਂ ਇਸ ਖੇਤਰ ਦਾ ਪ੍ਰਾਈਵੇਟਾਈਜੇਸ਼ਨ ਹੋਏਗਾ, ਤਿਉਂ-ਤਿਉਂ ਬਹੁਭਾਂਤੀ ਕੰਪਨੀਆਂ, ਵੱਖ-ਵੱਖ ਕੰਪਨੀਆਂ ਇਸ ਖੇਤਰ ਵਿੱਚ ਆਉਣਗੀਆਂ ਤਾਂ ਆਪਣੇ ਮੁਤਾਬਿਕ ਕੰਮ ਕਰਨ ਦੀ ਕੋਸ਼ਿਸ਼ ਕਰਨਗੀਆਂ, ਇਸ ਸੈਕਟਰ ਨੂੰ ਆਪਣੇ ਮੁਤਾਬਿਕ ਚਲਾਉਣ ਦੀ ਕੋਸ਼ਿਸ਼ ਕਰਨਗੀਆਂ, ਜੋ ਹੋ ਸਕਦਾ ਹੈ ਦੇਸ਼ ਦੇ ਲੋਕਾਂ ਵਾਸਤੇ ਫਾਇਦੇਮੰਦ ਨਾ ਹੋਵੇ। ਔਰ ਵੱਖ-ਵੱਖ ਜਿਹੜੇ ਸਿਆਸੀ ਆਗੂ ਨੇ ਉਹ ਵੀ ਇਸੇ ਸੋਚ ਦੇ ਹੀ ਮਾਲਿਕ ਨੇ, ਕਿਉਂਕਿ ਲੋਕਾਂ ਦੀ ਭਲਾਈ, ਲੋਕਾਂ ਨੂੰ ਕੀ ਫਾਇਦਾ ਹੋਣਾ ਹੈ, ਇਸ ਚੀਜ਼ ਨੂੰ ਖਾਸ ਤੌਰ ਤੇ ਉਲੀਕਿਆ ਜਾਂਦਾ ਜਦੋਂ ਵੀ ਅਸੀਂ ਸਟੇਟ ਗਵਰਨਮੈਂਟ ਦੀ ਗੱਲ ਕਰਦੇ ਹਾਂ, ਕਿਉਂਕਿ ਵੈਲਫੇਅਰ ਦੇਖਿਆ ਜਾਂਦਾ। ਪਰ ਜਦੋਂ ਪ੍ਰਾਈਵੇਟਾਈਜ਼ ਹੁੰਦਾ ਹੈ ਤਾਂ ਫਿਰ ਕਿਤੇ ਵੀ ਵੈਲਫੇਅਰ ਦੀ ਗੱਲ ਨਹੀਂ ਆਉਂਦੀ। ਕਈ ਥਾਂ ਦੇ ਉੱਤੇ ਇਹ ਵੀ ਚਰਚਾ ਹੋ ਰਹੀ ਹੈ ਕਿ ਇਸ ਖੇਤਰ ਨੂੰ ਘਾਟੇ ਬਹੁਤ ਪੈ ਰਹੇ ਨੇ, ਲੋਕੀ ਬਿਜਲੀ ਦੀ ਚੋਰੀ ਕਰਦੇ ਨੇ, ਹੋਰ ਵੀ ਬਹੁਤ ਸਾਰੀਆਂ ਐਸੀਆਂ ਗੱਲਾਂ ਹੁੰਦੀਆਂ ਨੇ, ਜਿਸ ਤਰ੍ਹਾਂ ਟਰਾਂਸਫਾਰਮਰਸ ਫੁੱਕ ਗਏ, ਉਹਦੀ ਪ੍ਰੋਪਰ ਸਪਲਾਈ ਨਹੀਂ ਹੈ, ਟਰਾਂਸਫਰ ਰਿਪੇਅਰ ਕਰਨ ਵਾਲੇ ਲੋਕ, ਕੰਪਨੀਆਂ ਨਹੀਂ ਹੈਗੀਆਂ। ਤਾਂ ਕੀ ਹੈ ਕਿ ਸਰਕਾਰ ਆਪਣੇ ਗਲੋਂ ਬਲਾ ਲਾ ਕੇ, ਜੋ ਮੰਨਦੇ ਨੇ ਲੋਕ, ਜੋ ਮਾਹਿਰਾਂ ਦੀ ਭਾਸ਼ਾ ਇਸ ਵਕਤ ਸਾਹਮਣੇ ਆ ਰਹੀ ਹੈ, ਆਪਣੇ ਗਲੋਂ ਬਲਾ ਲਾ ਕੇ ਪ੍ਰਾਈਵੇਟ ਸੈਕਟਰ ਦੇ ਗਲੇ 'ਚ ਪਾ ਦੇਣਾ ਚਾਹੁੰਦੇ ਨੇ। ਤੁਸੀਂ ਜਾਣੋ, ਤੁਹਾਡਾ ਕੰਮ ਜਾਣੇ, ਅਸੀਂ ਆਪਣੇ ਸੁਰਖਰੂ ਹੋ ਕੇ ਬੈਠੀਏ, ਵੇਚ ਵੱਟ ਕੇ ਖਜ਼ਾਨੇ ਦੇ ਵਿੱਚ ਪੈਸੇ ਜਮ੍ਹਾਂ ਕਰਾਈਏ। ਸੋ ਇਹੀ ਸੋਚ ਬਹੁਤ ਸਾਰੇ ਖੇਤਰਾਂ ਦੇ ਵਿੱਚ ਚੱਲਦੀ ਪਈ ਹੈ। ਇਸ ਤੋਂ ਪਹਿਲਾਂ ਵੀ ਅਸੀਂ ਦੇਖਦੇ ਹਾਂ ਕਿ ਕਈ ਖੇਤਰ ਧੜਾ ਧੜ ਕਾਰਪੋਰੇਟ ਸੈਕਟਰਸ ਨੂੰ ਵੇਚੇ ਜਾ ਰਹੇ ਨੇ, ਤਾਂ ਉਸ ਤੋਂ ਬਾਅਦ ਉਹ ਪੈਸਾ ਵੱਟ ਕੇ ਖਜ਼ਾਨੇ ਵਿੱਚ ਜਮ੍ਹਾਂ ਕਰ ਦਿੱਤਾ ਜਾਂਦਾ। ਤੇ ਉਸ ਪੈਸੇ ਦਾ ਬਾਅਦ 'ਚ ਕੀ ਕੀਤਾ ਜਾਂਦਾ ਹੈ, ਇਹ ਸਾਨੂੰ ਸਭ ਨੂੰ ਪਤਾ ਹੈ ਕਿ ਕਿੱਥੇ ਕਿੱਥੇ ਕੀ ਕੀ ਖਰਚ ਹੁੰਦਾ ਹੈ ਤੇ ਕਿਹੜੀਆਂ ਕਿਹੜੀਆਂ ਸਹੂਲਤਾਂ ਆਪਣੇ ਵਾਸਤੇ
ਲਿਆਂਦੀਆਂ ਜਾਂਦੀਆਂ ਨੇ, ਇਹ ਵੀ ਸਾਨੂੰ ਸਾਰਿਆਂ ਨੂੰ ਪਤਾ। ਤੇ ਕੁੱਲ ਮਿਲਾ ਕੇ ਸਥਿਤੀ ਇਹ ਬਣੀ ਹੋਈ ਹੈ ਕਿ ਇਹ ਜਿਹੜਾ ਬਿੱਲ ਹੈ, ਜੋ ਮਾਹਿਰ ਮੰਨਦੇ ਨੇ, ਜਾਂ ਤਾਂ ਪ੍ਰਾਈਵੇਟਾਈਜ਼ ਵੱਲ ਜਾ ਰਿਹਾ ਕਿ ਸਭ ਕੁਝ ਪ੍ਰਾਈਵੇਟਾਈਜ਼ ਕਰ ਦਿਓ, ਤੇ ਸਾਰੀ ਪਾਵਰ ਕੇਂਦਰ ਕੋਲ ਜਾ ਰਹੀ ਹੈ। ਜਦੋਂ ਤੱਕ ਬਿਜਲੀ ਦੇ ਸੈਕਟਰ ਦਾ ਸਵਾਲ ਹੈ, ਸਾਰੇ ਡਿਸੀਜਨਸ ਕੇਂਦਰ ਵੱਲੋਂ ਹੋਣਗੇ, ਰਾਜ ਸਰਕਾਰਾਂ ਬਿਲਕੁਲ ਹੱਥ ਖੜੇ ਕਰ ਦੇਣਗੀਆਂ। ਇੱਥੋਂ ਤੱਕ ਕਿ ਕੋਈ ਵੀ ਕਰਨ ਵਾਸਤੇ, ਕੋਈ ਵੀ ਕੰਮ, ਕੋਈ ਵੀ ਡਿਸੀਜਨ ਲੈਣ ਵਾਸਤੇ ਨੋ ਓਬਜੈਕਸ਼ਨ ਸਰਟੀਫਿਕੇਟ ਵੀ ਕੇਂਦਰ ਸਰਕਾਰ ਵੱਲੋਂ ਹੀ ਜਾਰੀ ਕੀਤਾ ਜਾਏਗਾ। ਯਾਨੀ ਕਿ ਰਾਜ ਸਰਕਾਰਾਂ ਦਾ ਬਿਲਕੁਲ ਹੱਕ ਖਤਮ। ਜਿਵੇਂ ਸੀਐਮ ਭਗਵੰਤ ਮਾਨ ਕਹਿੰਦੇ ਨੇ ਕਿ ਰਾਜ ਸਰਕਾਰਾਂ ਦੇ ਹੱਕ ਦੇ ਉੱਤੇ ਡਾਕਾ ਹੈ ਇਹ ਬਿੱਲ ਜਿਹੜਾ ਹੈ ਪਾਸ ਕੀਤਾ ਜਾ ਰਿਹਾ। ਫਿਲਹਾਲ ਸਟੈਂਡਿੰਗ ਕਮੇਟੀ ਦੇ ਕੋਲ ਹੈ, ਦੇਖੋ ਅੱਗੇ ਚੱਲ ਕੇ ਕੀ ਇਹਦੀਆਂ ਡਿਵੈਲਪਮੈਂਟਸ ਹੁੰਦੀਆਂ ਨੇ। ਹੋਰ ਕਈ ਵਿਰੋਧੀ ਧਿਰ ਇਹ ਵੀ ਮੰਨਦੇ ਨੇ ਕਿ ਕਾਨੂੰਨ ਵਿੱਚ ਸੋਧ ਕਰਨ ਦੇ ਬਹਾਨੇ, ਇਸ ਬਿੱਲ ਦੇ ਬਹਾਨੇ ਸੰਵਿਧਾਨ ਦੇ ਵਿੱਚ ਸੋਧ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਤਾਂ ਕਿ ਅੱਗੋਂ ਤੋਂ ਹੋਰ ਵੀ ਇੱਦਾਂ ਦੇ ਬਿੱਲ ਲਿਆ ਕੇ ਆਪਣੀ ਮਨਮਾਨੀ ਕੀਤੀ ਜਾ ਸਕੇ। ਤੇ ਜਿਹੜੇ ਕਾਰਪੋਰੇਟ ਸੈਕਟਰਸ ਇਹਨਾਂ ਸਰਕਾਰਾਂ ਨੂੰ ਫਾਇਦਾ ਦਿੰਦੇ ਨੇ, ਉਹਨਾਂ ਦੇ ਫਾਇਦੇ ਵਾਸਤੇ, ਉਹਨਾਂ ਦੇ ਹੱਕ ਵਾਸਤੇ, ਉਹਨਾਂ ਨੂੰ ਹੋਰ ਜ਼ਿਆਦਾ ਮੁਨਾਫਾ ਦੇਣ ਵਾਸਤੇ ਉਹ ਬਿੱਲ ਪਾਸ ਕੀਤੇ ਜਾਣ ਜਿਨ੍ਹਾਂ ਨਾਲ ਉਹਨਾਂ ਨੂੰ ਫਾਇਦਾ ਹੁੰਦਾ ਹੈ। ਇਹ ਵੀ ਵਿਰੋਧੀ ਧਿਰਾਂ ਕਿਤੇ ਨਾ ਕਿਤੇ ਇਲਜ਼ਾਮ ਲਗਾ ਰਹੀਆਂ ਨੇ। ਤੇ ਨਾਲ ਇਹ ਵੀ ਗੱਲ ਹੋ ਰਹੀ ਹੈ ਕਿ ਇਸ ਬਿੱਲ ਨੂੰ ਸਹੀ ਰੂਪ ਦੇ ਵਿੱਚ ਸਦਨ ਦੇ ਵਿੱਚ ਪੇਸ਼ ਨਹੀਂ ਕੀਤਾ ਜਾ ਰਿਹਾ। ਕਈ ਚੀਜ਼ਾਂ ਲੁਕੋਈਆਂ ਜਾ ਰਹੀਆਂ ਨੇ, ਕਈ ਲੂਪਹੋਲਸ ਨੇ ਜਿਨ੍ਹਾਂ ਬਾਰੇ ਪਤਾ ਨਹੀਂ। ਪਰ ਜੇ ਬਿੱਲ ਇੱਕ ਵਾਰ ਪਾਸ ਹੋ ਗਿਆ, ਲਾਗੂ ਹੋ ਗਿਆ, ਤਾਂ ਫਿਰ ਉਹ ਸਾਰੀਆਂ ਗੱਲਾਂ, ਉਹ ਸਾਰੀਆਂ ਸੱਚਾਈਆਂ ਸਾਹਮਣੇ ਆਉਣਗੀਆਂ ਜੋ ਲੋਕਾਂ ਦੇ ਹੱਕ ਵਿੱਚ ਨਹੀਂ ਹੋਣਗੀਆਂ, ਤੇ ਨਾ ਹੀ ਦੇਸ਼ ਦੇ ਵਿਕਾਸ ਵਾਸਤੇ, ਨਾ ਹੀ ਇਲੈਕਟ੍ਰਿਸਿਟੀ ਖੇਤਰ ਦੇ ਵਿਕਾਸ ਵਾਸਤੇ ਉਹ ਫਾਇਦੇਮੰਦ ਸਾਬਿਤ ਹੋ ਸਕਦੀਆਂ ਨੇ। ਆਓ ਇਸ ਸਬਜੈਕਟ ਦੇ ਉੱਤੇ ਤੇ ਨਾਲ ਇਹਦੇ ਜੁੜਦੇ ਹੋਰ ਵੀ ਇੱਕ ਦੋ ਮੁੱਦਿਆਂ ਦੇ ਉੱਤੇ ਪੰਜਾਬ ਚਰਚਾ ਦੇ ਵਿੱਚ ਚਰਚਾ ਕਰਦੇ ਹਾਂ। ਆਓ ਫਿਰ ਆਪਾਂ ਇਸ ਮੁੱਦੇ ਦੇ ਉੱਤੇ ਤੇ ਹੋਰ ਇਹਦੇ ਨਾਲ ਮਿਲਦੇ ਜੁਲਦੇ ਇੱਕ ਦੋ ਮੁੱਦਿਆਂ ਦੇ ਉੱਤੇ ਗੱਲ ਕਰਦੇ ਹਾਂ ਜੋ ਇਸ ਵਕਤ ਪੰਜਾਬ ਦੇ ਵਿੱਚ ਪੱਕੇ ਹੋਏ ਨੇ ਆਪਣੇ ਇਸ ਸ਼ੋਅ ਪੰਜਾਬ ਚਰਚਾ ਦੇ ਵਿੱਚ। ਪੰਜਾਬ ਚਰਚਾ ਦੇ ਵਿੱਚ ਸਾਡੇ ਮਹਿਮਾਨ, ਸਾਡੇ ਮਾਹਿਰ ਸਾਡੇ ਨਾਲ ਜੁੜੇ ਹੋਏ ਨੇ, ਸਾਡੇ ਨਾਲ ਗੱਲਬਾਤ ਕਰਨ ਵਾਸਤੇ ਤਿਆਰ ਨੇ। ਆਓ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਸਟੂਡੀਓਜ਼ ਦੇ ਵਿੱਚ ਸਾਡੇ ਨਾਲ ਮੌਜੂਦ ਨੇ ਪੋਲੀਟੀਕਲ ਐਨਾਲਿਸਟ ਪਵਨਦੀਪ ਸ਼ਰਮਾ। ਪਵਨ ਜੀ, ਸਵਾਗਤ, ਜੀ ਆਇਆਂ ਨੂੰ। ਧੰਨਵਾਦ ਸੰਜੀਵ ਜੀ, ਔਰ ਪੰਜਾਬ ਮੇਲ USA ਟੀਵੀ ਦੇਖ ਰਹੇ तमाम ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ। ਜੀ ਪਵਨ, ਦੇਖੋ ਕਾਫੀ ਮੁੱਦੇ ਨੇ ਜੋ ਪੰਜਾਬ ਦੇ ਵਿੱਚ ਖਿਲਰੇ ਪਏ ਨੇ, ਇੱਕ ਇੱਕ ਕਰਕੇ ਆਪਾਂ ਗੱਲਬਾਤ ਕਰਦੇ ਹਾਂ। ਸਭ ਤੋਂ ਪਹਿਲਾਂ ਆਪਾਂ ਇਸ ਚੀਜ਼ ਨੂੰ ਇੱਕ ਚੰਗਾ ਕਦਮ ਮੰਨਦੇ ਹਾਂ ਜੋ ਰਾਘਵ ਚੱਡਾ ਜਾ ਕੇ ਮਿਲੇ ਨੇ ਸਾਡੇ ਫਾਈਨੈਂਸ ਮਿਨਿਸਟਰ ਨੂੰ। ਜੋ GST ਦਾ ਮਾਮਲਾ ਹੈ, ਧਾਰਮਿਕ ਸਰਾਵਾਂ ਦੇ ਉੱਤੇ, ਉਹ ਮਾਮਲਾ ਸੁਲਝਾ ਲਿਆ ਗਿਆ ਹੈ ਤੇ ਕੇਂਦਰ ਨੇ ਆਪਣਾ ਇਹ GST ਦਾ ਸਾਰਾ ਪ੍ਰੋਜੈਕਟ ਵਾਪਸ ਲੈ ਲਿਆ। ਹੁਣ ਸਰਾਵਾਂ ਦੇ ਉੱਤੇ ਕੋਈ GST ਲਾਗੂ ਨਹੀਂ ਹੋਣਾ। ਸੋ ਇਸ ਕਦਮ ਨੂੰ ਐਪਰੀਸ਼ੀਏਟ ਕਰ ਸਕਦੇ ਹਾਂ ਆਪਾਂ ਔਰ ਰਾਘਵ ਚੱਡਾ ਨੂੰ ਕ੍ਰੈਡਿਟ ਦੇ ਸਕਦੇ ਹਾਂ। ਕੀ ਸੋਚਦੇ ਹੋ ਤੁਸੀਂ? ਦੇਖੋ ਸੰਜੀਵ ਜੀ, ਜਿਹੜੇ ਧਾਰਮਿਕ ਸਰਾਵਾਂ ਦੇ ਮਸਲੇ ਹੋਣ, ਚਾਹੇ ਲੰਗਰ ਹਾਲ ਦੇ ਮਸਲੇ ਹੋਣ, ਚਾਹੇ ਜਿਹੜਾ ਲੋਕਾਂ ਨੂੰ ਲੰਗਰ ਵੰਡਿਆ ਜਾਂਦਾ ਹੈ, ਉਹਦੇ ਵਿੱਚ ਸਾਰੀਆਂ GST ਲਵਾਉਣ ਦੇ ਵੱਖ-ਵੱਖ ਸਮੇਂ ਦੇ ਵਿੱਚ ਵੀ ਬਹੁਤ ਸਾਰੀਆਂ ਗੱਲਾਂ ਉੱਠੀਆਂ। ਇਸ ਵਾਰ ਵੀ ਇੱਕ ਬਹੁਤ ਵੱਡਾ ਅਖਬਾਰਾਂ ਦਾ ਔਰ ਮੀਡੀਆ ਚੈਨਲਸ ਦਾ ਸੁਰਖੀਆਂ ਦਾ ਬਾਇਸ ਬਣਿਆ ਇੱਕ ਵਿਸ਼ਾ ਕਿ ਜਿਹਦੇ ਵਿੱਚ ਅੰਮ੍ਰਿਤਸਰ ਦੀ SGPC ਦੇ ਵਿੱਚ ਜਿਹੜੀਆਂ ਬਹੁਤ ਲਗਜ਼ੂਰੀਅਸ ਸਰਾਵਾਂ ਵੀ ਹੈਗੀਆਂ ਉਹਦੇ ਉੱਤੇ GST ਜਿਹੜੀ ਲਗਾਉਣ ਦੀ ਗੱਲ ਕੀਤੀ ਗਈ। ਔਰ ਬਹੁਤ ਸਾਰੇ ਲੀਡਰਸ ਨੇ ਇਹਦੇ ਉੱਤੇ ਵੱਖ-ਵੱਖ ਤਨਕੀਦ ਕੀਤੀ ਕਿ ਜਿਹੜੀਆਂ ਚੀਜ਼ਾਂ ਲੋਕਾਂ ਦੇ ਲਈ ਹੈਗੀਆਂ ਧਾਰਮਿਕ ਪੱਖ ਦੇ ਨਾਲ ਬਹੁਤ ਵੱਡਾ ਇੱਕ ਸਪੇਸ ਰੱਖਦੀਆਂ ਹੈਗੀਆਂ, ਲੋਕਾਂ ਨੂੰ ਸੁਵਿਧਾ ਮੁਹੱਈਆ ਕਰਵਾਉਂਦੀਆਂ ਹੈਗੀਆਂ, ਔਰ ਜਿਹੜੇ ਦੇਸ਼ਾਂ ਵਿਦੇਸ਼ਾਂ ਵਿੱਚੋਂ ਸ਼ਰਧਾਲੂ ਅੰਮ੍ਰਿਤਸਰ ਦੇ ਵਿੱਚ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ ਮੱਥਾ ਟੇਕਣ ਲਈ, ਨਤਮਸਤਕ ਹੋਣ ਲਈ ਆਉਂਦੇ ਨੇ, ਉਹਨਾਂ ਦੀ ਰਿਹਾਇਸ਼ ਵਾਸਤੇ ਪ੍ਰਬੰਧ ਕਰਨ ਵਾਸਤੇ ਜਿਹੜੀਆਂ ਸਰਾਵਾਂ ਹੈਗੀਆਂ, ਜੇ ਉਹਨਾਂ ਦੇ ਉੱਪਰ GST ਲੱਗੇਗਾ ਤੇ ਸ਼ਰਧਾਲੂਆਂ ਦੇ ਉੱਪਰ ਔਰ ਧਾਰਮਿਕ ਸਿਸਟਮ ਦੇ ਉੱਪਰ ਵਧੇਰੇ ਜਿਹੜਾ ਵਾਧੂ ਬੋਝ ਪਏਗਾ। ਅਲਟੀਮੇਟਲੀ ਇਹ ਗੱਲ ਜਿਹੜੀ ਅਖਬਾਰਾਂ ਦੇ ਵਿੱਚ ਆਈ, ਮੀਡੀਆ ਚੈਨਲਸ ਦੇ ਵਿੱਚ ਆਈ ਔਰ ਵੱਖ-ਵੱਖ ਲੀਡਰਾਂ ਨੇ ਇਹਦੇ ਉੱਤੇ ਬਿਆਨ ਦਿੱਤੇ, ਜਿਹਦੇ ਤਹਿਤ ਹੀ ਭਾਰਤੀ ਜਨਤਾ ਪਾਰਟੀ ਦਾ ਇਹ ਕਹਿਣਾ ਸੀਗਾ ਕਿ ਜਿਹੜੀ ਇਹ ਸਾਰੀ 12% ਜਾਂ ਜਿੰਨੀ ਵੀ GST ਜਿਹੜੀ ਸਰਾਵਾਂ ਦੇ ਉੱਤੇ ਲਾਗੂ ਹੋਈ ਸੀ, ਇਹ ਕਲੈਰੀਕਲ ਮਿਸਟੇਕ ਦੇ ਦੌਰਾਨ ਹੋਈ ਸੀ, ਕਿਉਂਕਿ ਇੱਕ ਯੂਨੀਫਾਰਮ ਸਿਸਟਮ ਉਹਨਾਂ ਨੇ ਤਿਆਰ ਕੀਤਾ ਹੁੰਦਾ ਜਿਸ ਤਹਿਤ ਵੱਖ-ਵੱਖ ਚੀਜ਼ਾਂ ਦੇ ਉੱਤੇ GST ਜਿਹੜੀ ਇੰਪਲੀਕੇਟ ਕੀਤੀ ਜਾਂਦੀ ਹੈ। ਉਸੇ ਤਹਿਤ ਹੀ ਫਿਰ ਸਰਾਵਾਂ ਵੀ ਜਿਹੜੀਆਂ ਇਹਨਾਂ ਚੀਜ਼ਾਂ ਦੇ ਅੰਦਰ ਆ ਗਈਆਂ ਔਰ ਇਹਦੇ ਉੱਤੇ ਗੌਰ ਤਲਬ ਇਹਨੂੰ ਜ਼ਿਆਦਾ ਨਹੀਂ ਕੀਤਾ ਗਿਆ। ਸੋ ਇਹ ਮੁੱਦੇ ਉਛਾਲੇ ਗਏ, ਮੁੱਦੇ ਉਛਲੇ ਵੀ। ਔਰ ਜਿਹੜੀ ਗੱਲ ਤੁਸੀਂ ਕੀਤੀ ਰਾਘਵ ਚੱਡਾ ਦੀ ਕਿ ਉਹ ਕੇਂਦਰੀ ਮੰਤਰੀ ਉਹਨਾਂ ਨੂੰ ਮਿਲੇ ਨੇ, ਜੋ ਕਿ ਪੰਜਾਬ ਦੇ ਵਿੱਚੋਂ ਰਾਜ ਸਭਾ ਦੇ ਮੈਂਬਰ ਦੇ ਤੌਰ ਤੇ ਉੱਥੇ ਜਾ ਕੇ ਫਾਈਨੈਂਸ ਮਿਨਿਸਟਰ ਨੂੰ ਮਿਲਦੇ ਨੇ ਔਰ ਉਹਨਾਂ ਦੇ ਕਹਿਣ ਦੇ ਮੁਤਾਬਕ GST ਮਾਫ ਕਰਾ ਲੈਂਦੇ ਨੇ। ਦੇਖੋ, ਲੀਡਰਾਂ ਨੂੰ ਬੜੀ ਇੱਕ ਆਮ ਆਦਤ ਹੁੰਦੀ ਆ, ਰਵਾਇਤ ਹੁੰਦੀ ਆ ਕਿ ਛੋਟੀ ਤੋਂ ਛੋਟੀ ਗੱਲ ਵੀ ਹੋਵੇ ਤੇ ਉਹਦਾ ਕ੍ਰੈਡਿਟ ਵਾਰ ਜਿਹੜੀ ਖੜੀ ਹੋ ਜਾਂਦੀ ਹੈ, ਕ੍ਰੈਡਿਟ ਲੈਣ ਦੀ ਗੱਲ ਕਰਦੇ ਹੈਗੇ ਆ।
ਸਭ ਜੀ, ਤੋਂ ਇੰਪੋਰਟੈਂਟ ਗੱਲ ਹੁੰਦੀ ਹੈ ਕਿ ਜਦੋਂ ਕੋਈ ਮੁੱਦਾ ਉੱਠਦਾ ਹੈਗਾ ਪੰਜਾਬ ਦੇ ਲੋਕਾਂ ਦੀ ਜਾਂ ਦੇਸ਼ ਦੀ ਜਨਤਾ ਦੀ, ਆਮ ਆਵਾਮ ਦੀ ਆਵਾਜ਼ ਜਦੋਂ ਇਕਸੁਰ ਹੋ ਕੇ ਉੱਪਰਲੀਆਂ ਪਾਰਟੀਆਂ ਕੋਲ ਜਾਂ ਸਰਕਾਰਾਂ ਕੋਲ ਪਹੁੰਚਦੀਆਂ ਤੇ ਸਰਕਾਰਾਂ ਨੂੰ ਬੈਕ ਸਟੈਪ ਕਰਨਾ ਹੀ ਪੈਂਦਾ ਹੈ। ਜੇ ਇਹ ਸਟੈਪ ਗਲਤੀ ਨਾਲ ਵੀ ਹੋ ਗਿਆ ਜਾਂ ਕਿਸੇ ਹੋਰ ਵੀ ਤੌਰ ਤਰੀਕੇ ਦੇ ਨਾਲ ਅਪਣਾਇਆ ਗਿਆ, ਜਦੋਂ ਉਹਨਾਂ ਨੇ ਰੋਸ ਰਵੱਈਆ ਜਿਹੜਾ ਜਨਤਾ ਦਾ ਵੇਖਿਆ ਤੇ ਇਸ ਕਦਮ ਤੋਂ ਉਹਨਾਂ ਨੇ ਪੈਰ ਜਿਹੜਾ ਪਿੱਛੇ ਹਟ ਲਿਆ। ਹਾਂ, ਇਕੱਲਾ ਰਾਘਵ ਚੱਡਾ ਹੀ ਨਹੀਂ, ਪੰਜਾਬ ਦੇ ਹੋਰ ਵੀ ਬਹੁਤ ਸਾਰੇ ਲੀਡਰ ਜਿਹੜੇ ਹੈਗੇ ਆ, ਉਹਨਾਂ ਨੇ ਵੱਖ-ਵੱਖ ਮਾਧਿਅਮ ਰਾਹੀਂ, ਪਲੇਟਫਾਰਮ ਦੇ ਰਾਹੀਂ ਇਸ ਜੀਐਸਟੀ ਨੂੰ ਖਤਮ ਕਰਨ ਦੀ ਗੱਲ ਕੀਤੀ ਸੀ। ਸੋ ਇਸ ਕਰਕੇ ਆਲ ਇਨ ਆਲ ਚਲੋ ਅੱਛੀ ਗੱਲ ਹੈ, ਐਪਰੀਸ਼ੀਏਟ ਕਰਨ ਵਾਲੀ ਗੱਲ ਮੁੱਦਿਆਂ ਨੂੰ ਲੈ ਕੇ ਸਰਕਾਰਾਂ ਨੂੰ ਮਿਲਦੇ ਨੇ, ਕੇਂਦਰ ਸਰਕਾਰਾਂ ਨੂੰ ਮਿਲਦੇ ਨੇ। ਪਰ ਕ੍ਰੈਡਿਟ ਵਾਰ ਵਾਲੀ ਜਿਹੜੀ ਗੱਲ ਹੁੰਦੀ ਆ, ਉਹ ਓਨੀ ਮੁਨਾਸਿਬ ਨਹੀਂ ਹੁੰਦੀ। ਏਦਾਂ ਦੇ ਜਿਹੜੇ ਡਿਸੀਜਨਸ ਹੁੰਦੇ ਆ, ਸਰਕਾਰਾਂ ਨੂੰ ਅਲਟੀਮੇਟਲੀ ਵਾਪਸ ਲੈਣੇ ਹੀ ਪੈਂਦੇ ਆ। ਇਹਦਾ ਕ੍ਰੈਡਿਟ ਮੈਂ ਕਿਸੇ ਇੱਕ ਲੀਡਰ ਨੂੰ ਦੇਣ ਦੀ ਬਜਾਏ ਆਵਾਮ ਨੂੰ, ਲੋਕਾਂ ਦੀ ਸੋਚ ਨੂੰ ਔਰ ਮੀਡੀਆ ਪਲੇਟਫਾਰਮਸ ਨੂੰ, ਜਿਨ੍ਹਾਂ ਨੇ ਸਮੇਂ ਸਿਰ ਇਹ ਗੱਲਾਂ ਜਿਹੜੀਆਂ ਉਹ ਚੱਕ ਕੇ ਜਿਹੜੀ ਆ ਲੋਕਾਂ ਦੀ ਆਵਾਜ਼ ਬੁਲੰਦ ਕੇਂਦਰ ਸਰਕਾਰ ਤੱਕ ਕੀਤੀ ਔਰ ਉਹਨਾਂ ਨੂੰ ਪੁੱਠੇ ਪੈਰੀਂ ਇਸ ਗੱਲ ਤੋਂ ਵੀ ਮੁੜਨਾ ਪਿਆ। ਜੀ। ਸੋ ਦੂਸਰਾ ਮੁੱਦਾ ਆਪਾਂ ਲੈਂਦੇ ਹਾਂ, ਜੋ ਬਿਜਲੀ ਸੋਧ ਬਿੱਲ ਲੋਕ ਸਭਾ ਦੇ ਵਿੱਚ ਪੇਸ਼ ਕੀਤਾ ਗਿਆ ਔਰ ਉਹਦੇ ਨਾਲ ਕਾਫੀ ਵਿਰੋਧੀ ਧਿਰਾਂ ਨੇ ਕਸ਼ਮਕਸ਼ ਕੀਤੀ ਹੈ ਕਿ ਇਹ ਫੈਡਰਲਿਜ਼ਮ, ਜੋ ਸਾਡਾ ਫੈਡਰਲ ਢਾਂਚਾ ਹੈ, ਉਹਦੇ ਨਾਲ ਛੇੜਖਾਨੀ ਹੈ, ਕਿਉਂਕਿ ਕਿਸੇ ਵੀ ਸਟੇਟ ਨੂੰ ਕੁਝ ਨਹੀਂ ਪੁੱਛਿਆ ਗਿਆ, ਕਿਉਂਕਿ ਤੁਹਾਡੇ ਕੋਲ ਬਹੁਮਤ ਹੈ ਲੋਕ ਸਭਾ ਦੇ ਵਿੱਚ, ਇਸ ਕਰਕੇ ਬਿਨਾਂ ਬਹਿਸ ਤੋਂ ਤੁਸੀਂ ਬਿੱਲ ਪਾਸ ਕਰ ਲੈਂਦੇ ਹੋ। ਔਰ ਦੂਜੀ ਗੱਲ, ਜੋ ਕੇਂਦਰ ਸਰਕਾਰ ਸਾਰੀ ਪਾਵਰ ਆਪਣੇ ਹੱਥ 'ਚ ਲੈਣਾ ਚਾਹੁੰਦੀ ਹੈ ਔਰ ਰਾਜ ਸਰਕਾਰਾਂ ਕੋਲ ਕੋਈ ਪਾਵਰ ਨਹੀਂ ਰਹਿ ਜਾਏਗੀ, ਕੋਈ ਤਾਕਤ ਨਹੀਂ ਰਹਿ ਜਾਏਗੀ। ਜਿੱਥੋਂ ਤੱਕ ਬਿਜਲੀ ਦੇ ਖੇਤਰ ਦਾ ਸਵਾਲ ਹੈ, ਤੇ ਸਾਰੀਆਂ ਦੀਆਂ ਸਾਰੀਆਂ ਜੋ ਹਿਦਾਇਤਾਂ ਨੇ ਉਹ ਇਸ ਵੱਲ ਇਸ਼ਾਰਾ ਕਰਦੀਆਂ ਨੇ ਕਿ ਇਹ ਨਿੱਜੀਕਰਨ ਹੋਣ ਜਾ ਰਿਹਾ ਹੈ, ਜਿਹਦੇ ਨਾਲ ਦੋ ਕੈਟੇਗਰੀਜ਼ ਬਣ ਜਾਣਗੀਆਂ। ਇੱਕ ਕੈਟੇਗਰੀਜ਼ ਤੋਂ ਜੋ ਗਰੀਬ ਤਬਕਾ ਬਿੱਲ ਨਹੀਂ ਦੇ ਸਕਦਾ ਜਾਂ ਬਿੱਲ ਦੇਣ ਵਿੱਚ ਇੰਨਾ ਸਮਰਥ ਨਹੀਂ ਹੈ, ਉਹ ਸਰਕਾਰੀ ਖੇਤਰ 'ਚ ਚਲਾ ਜਾਏਗਾ, ਤੇ ਜਿਹੜੇ ਬਿੱਲ ਦੇਣ ਦੇ ਕਾਬਿਲ ਨੇ ਉਹ ਕਲਾਇੰਟਸ ਬਣ ਜਾਣਗੇ ਉਹਨਾਂ ਕੰਪਨੀਜ਼ ਦੇ, ਜਿਹੜੀਆਂ ਪ੍ਰਾਈਵੇਟ ਕੰਪਨੀਆਂ ਇਸ ਫੀਲਡ ਦੇ ਵਿੱਚ ਆਉਣਗੀਆਂ, ਕਿਉਂਕਿ ਫਿਰ ਤੋਂ ਉਹੀ ਨਿੱਜੀਕਰਨ ਔਰ ਸਭ ਕੁਝ ਵੇਚਣ ਦਾ ਇੱਕ ਪਲਾਨ ਹੋ ਰਿਹਾ ਕੇਂਦਰ ਸਰਕਾਰ ਵੱਲੋਂ। ਮਾਨ ਸਾਹਿਬ ਨੇ, ਜੋ ਸਾਡੇ ਸੀਐਮ, ਉਹਨਾਂ ਨੇ ਵੀ ਇਸ ਚੀਜ਼ ਨੂੰ ਕਾਫੀ ਨਿੰਦਿਆ ਹੈ, ਤੇ ਬਾਕੀ ਪੋਲੀਟੀਕਲ ਪਾਰਟੀਆਂ ਨੇ ਵੀ ਨਿੰਦਿਆ ਹੈ। ਸੋ ਇਸ ਚੀਜ਼ ਨੂੰ ਆਪਾਂ ਕਿੱਦਾਂ ਐਕਸਪਲੇਨ ਕਰ ਸਕਦੇ ਹਾਂ? ਦੇਖੋ, ਔਰ ਦੇਸ਼ ਦੇ ਵਿੱਚ ਸਭ ਤੋਂ ਇੰਪੋਰਟੈਂਟ ਗੱਲ ਸੰਜੀਵ ਜੀ ਇਹ ਹੁੰਦੀ ਆ, ਜਦੋਂ ਵੱਖ-ਵੱਖ ਅਦਾਰੇ, ਚਾਹੇ ਉਹ ਬਿਜਲੀ ਦੇ ਅਦਾਰੇ ਹੋਣ, ਚਾਹੇ ਕਮਿਊਨੀਕੇਸ਼ਨ ਦੇ ਅਦਾਰੇ ਹੋਣ। ਪਿਛਲੇ ਸਮੇਂ ਦੇ ਵਿੱਚ ਬੀਐਸਐਨਐਲ ਨੂੰ ਵੀ ਪ੍ਰਾਈਵੇਟਾਈਜ਼ ਕੀਤਾ ਗਿਆ। ਬਹੁਤ ਸਾਰੀਆਂ ਦੇਸ਼ ਦੀਆਂ ਐਸੀਆਂ ਸੰਪਤੀਆਂ ਸੀਗੀਆਂ ਜਿਹੜੀਆਂ ਵੇਚੀਆਂ ਗਈਆਂ ਔਰ ਪ੍ਰਾਈਵੇਟ ਘਰਾਣਿਆਂ ਨੂੰ, ਵੱਡੇ ਘਰਾਣਿਆਂ ਨੂੰ, ਮਲਟੀ ਮਿਲੀਅਨੇਅਰ, ਬਿਲੀਅਨੇਅਰ ਲੋਕਾਂ ਨੂੰ, ਕਾਰਪੋਰੇਟ ਘਰਾਣਿਆਂ ਨੂੰ ਉਹ ਵੇਚੀਆਂ ਗਈਆਂ। ਔਰ ਉਹਦੇ ਵਿੱਚ ਸਭ ਤੋਂ ਪਹਿਲਾ ਇੰਪੋਰਟੈਂਟ ਕਾਰਨ ਸੰਜੀਵ ਜੀ ਇਹ ਸਮਝਣ ਵਾਲਾ ਹੁੰਦਾ ਹੈ, ਜਿਸ ਤਰ੍ਹਾਂ ਹੁਣ ਪੰਜਾਬ ਦੇ ਚੀਫ ਮਿਨਿਸਟਰ ਨੇ ਇਸ ਗੱਲ ਦਾ ਵਿਰੋਧ ਕੀਤਾ ਹੈ। ਕਿਸਾਨ ਜਥੇਬੰਦੀਆਂ ਵੀ ਵੱਖ-ਵੱਖ ਸਮੇਂ ਦੇ ਵਿੱਚ ਵਿਰੋਧ ਕਰ ਰਹੀਆਂ ਹੈਗੀਆਂ ਔਰ ਜਿਹੜਾ ਬਿਜਲੀ ਸੋਧ ਬਿੱਲ 2022 ਹੈਗਾ, ਉਹਦਾ ਪ੍ਰੋਮੀਨੈਂਟਲੀ, ਪ੍ਰਤੱਖਤਾ ਦੇ ਨਾਲ ਬੜਾ ਵੱਡਾ ਵਿਰੋਧ ਜਿਹੜਾ ਆਲ ਓਵਰ ਹੋ ਰਿਹਾ। ਪਰ ਸਭ ਤੋਂ ਵੱਡੀ ਸਮਝਣ ਵਾਲੀ ਗੱਲ ਹੁੰਦੀ ਹੈ ਕਿ ਜਦੋਂ ਸਰਕਾਰੀ ਅਦਾਰੇ ਜਾਂ ਪਬਲਿਕ ਸੈਕਟਰ ਜਿਹੜੇ ਹੁੰਦੇ ਆ, ਤੁਸੀਂ ਗਵਰਨਮੈਂਟ ਹਸਪੀਟਲਸ ਦੇ ਹਾਲ ਦੇਖ ਲਓ, ਜਦੋਂ ਉਹਦੇ ਵਿੱਚ ਸਾਰੇ ਸਿਸਟਮ ਨੂੰ ਮੇਨਟੇਨ ਨਹੀਂ ਕੀਤਾ ਜਾਂਦਾ, ਉਸ ਤੋਂ ਕੋਈ ਇਸਤਫਾਦਾ ਲੋਕਾਂ ਨੂੰ ਵੀ ਨਹੀਂ ਹੁੰਦਾ, ਸਰਕਾਰਾਂ ਨੂੰ ਵੀ ਨਹੀਂ ਹੁੰਦੀਆਂ ਔਰ ਵੱਡੇ ਵਿੱਤੀ ਘਾਟੇ ਦੇ ਵਿੱਚ ਉਹ ਸਾਰੇ ਅਦਾਰੇ ਜਾ ਰਹੇ ਹੁੰਦੇ ਆ। ਜੇ ਪੰਜਾਬ ਦੇ ਵਿੱਚ ਬਿਜਲੀ ਬੋਰਡ ਦੀ ਗੱਲ ਕਰੀਏ, ਬਿਜਲੀ ਮਹਿਕਮੇ ਦੀ ਗੱਲ ਕਰੀਏ, ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਪੰਜਾਬ ਦੇ ਵਿੱਚ ਇਲੈਕਟ੍ਰਿਸਿਟੀ ਬੋਰਡ ਜਿਹੜਾ ਹੈਗਾ, ਪੀਐਸਪੀਸੀਐਲ ਜਿਹੜਾ ਹੈਗਾ, ਉਹ ਬੜੇ ਵੱਡੇ ਵਿੱਤੀ ਖਸਾਰੇ ਦੇ ਤਹਿਤ ਚੱਲ ਰਿਹਾ ਹੈਗਾ, ਬਹੁਤ ਵੱਡੇ ਘਾਟੇ ਦੇ ਵਿੱਚ ਚੱਲ ਰਿਹਾ ਹੈਗਾ। ਔਰ ਗਰਮੀਆਂ ਸਰਦੀਆਂ ਦੇ ਵਿੱਚ, ਜੇ ਗਰਮੀਆਂ ਦੇ ਪੀਕ ਲੋਡਸ ਦੇ ਟਾਈਮ ਦੀ ਗੱਲ ਕਰੀਏ, ਅਸੀਂ ਝੋਨੇ ਦੀ ਬੁਆਈ ਦੇ ਸੀਜ਼ਨ ਦੀ ਗੱਲ ਕਰੀਏ, ਤੇ ਕਈ ਹਜ਼ਾਰ ਮੈਗਾਵਾਟ ਬਿਜਲੀ ਜਿਹੜੀ ਹੈਗੀ ਹੈ, ਲਗਭਗ 7000, 7500, 8000 ਮੈਗਾਵਾਟ ਜਿਹੜੀ ਆ, ਉਹ ਸਾਨੂੰ ਨਾਰਥਰਨ ਸਟੇਟਾਂ ਤੋਂ ਬਿਜਲੀ ਖਰੀਦਣੀ ਪੈਂਦੀ ਹੈ। ਸੋ ਸਾਨੂੰ ਸਮਝਣਾ ਪੈਂਦਾ ਹੈ ਕਿ ਪੰਜਾਬ ਦੇ ਲੋਕਾਂ ਨੂੰ, ਜਾਂ ਓਵਰਆਲ ਇੰਡੀਆ ਦੀ ਗੱਲ ਕਰੀਏ, ਕਈ ਲੋਕਾਂ ਨੂੰ ਸਬਸਿਡਾਈਜ਼ ਕਰਨਾ, ਕਈ ਲੋਕਾਂ ਨੂੰ ਫ੍ਰੀ ਬਿਜਲੀ ਦੇਣੀ, ਕਈ ਐਸੇ ਵਰਗ ਹੈਗੇ ਆ ਜਿਨ੍ਹਾਂ ਨੂੰ ਘੱਟ ਦਰਾਂ ਦੇ ਉੱਤੇ ਬਿਜਲੀ ਮਿਲਦੀ ਹੈ। ਫਿਰ ਟਰਾਂਸਮਿਸ਼ਨ ਲਾਸ ਬੜੇ ਵੱਡੇ ਲੈਵਲ ਤੇ ਹੁੰਦਾ ਹੈ। ਬਿਜਲੀ ਚੋਰੀ ਨੂੰ ਰੋਕ ਨਾ ਪਾਉਣਾ, ਬਿਜਲੀ ਦੇ ਡਿਪਾਰਟਮੈਂਟਸ ਨੂੰ ਬੜੇ ਵੱਡੇ ਖਸਾਰੇ ਦੇ ਵਿੱਚ ਜਾਣਾ, ਘਾਟੇ ਦੇ ਵਿੱਚ ਜਾਣਾ, ਅਫਸਰਾਂ ਦੀਆਂ ਤਨਖਾਹਾਂ ਨਾ ਦੇ ਪਾਉਣੀਆਂ, ਫਿਰ ਅਲਟੀਮੇਟਲੀ ਪ੍ਰਾਈਵੇਟ ਮੁਲਾਜ਼ਮਾਂ ਨੂੰ ਇਹਦੇ ਉੱਤੇ ਆ ਕੇ ਲਗਾਉਣਾ ਘੱਟ ਤਨਖਾਹਾਂ ਦੇ ਉੱਤੇ। ਤੁਸੀਂ ਦੇਖ ਲਓ, ਜੇ ਕਾਰਪੋਰੇਸ਼ਨ ਹੁੰਦੀਆਂ ਤੇ ਪ੍ਰਾਈਵੇਟ ਕੰਪਨੀਆਂ ਨੂੰ ਦੇ ਕੇ 7000, 7500 ਤੇ ਇੱਕ ਮੁਲਾਜ਼ਮ ਰੱਖ ਲਿਆ ਜਾਂਦਾ। ਪਰ ਜੇ ਸਰਕਾਰੀ ਮੁਲਾਜ਼ਮ ਕੋਈ ਪੀਐਨ ਦੀ ਪੋਸਟ ਤੇ ਵੀ ਹੁੰਦਾ ਤੇ ਉਹਦੀ 50-50, 60-60 ਹਜ਼ਾਰ ਰੁਪਏ ਤਨਖਾਹ ਹੁੰਦੀ ਹੈ। ਉਸ ਤੋਂ ਬਾਅਦ ਉਹਨੂੰ ਪੈਨਸ਼ਨ ਵੀ ਦੇਣੀਆਂ ਪੈਂਦੀਆਂ। ਸੋ ਸਰਕਾਰ ਦੀ ਨੀਤੀ ਜਿਹੜੀ ਹੁੰਦੀ ਹੈ, ਇੱਕ ਲਜ਼ੀਜ਼ ਫੇਅਰ, ਜਿਹੜਾ ਅਗਲਾ ਸਮਾਂ ਆਉਣ ਵਾਲਾ ਹੈਗਾ, ਉਹ ਵੈਸੇ ਤਾਂ ਪ੍ਰਾਈਵੇਟਾਈਜੇਸ਼ਨ ਦਾ ਹੀ ਹੈਗਾ। ਇਹਦੇ ਵਿੱਚ ਹਾਂ, ਇਹ ਜ਼ਰੂਰ ਹੈਗਾ ਕਿ ਸਾਰੀਆਂ ਚੀਜ਼ਾਂ, ਜਿਹੜੇ ਪਬਲਿਕ ਸੈਕਟਰਸ ਹੈਗੇ ਆ, ਜਿਹੜੀ ਲੋਕਾਂ ਦੀ ਸਿਹਤ ਸੁਵਿਧਾ ਹੋਵੇ, ਲੋਕਾਂ ਦੇ ਫਾਇਦੇ ਦੀ ਗੱਲ ਹੋਵੇ, ਲੋਕਾਂ ਦੀ ਐਜੂਕੇਸ਼ਨ ਦੀ ਗੱਲ ਹੋਵੇ, ਜੇ ਅਸੀਂ ਪਬਲਿਕ ਸੈਕਟਰਸ ਨੂੰ ਮਜ਼ਬੂਤ ਨਾ ਕਰਕੇ, ਉਹਨਾਂ ਨੂੰ ਤੋੜ ਕੇ ਵੇਚ ਕੇ ਕਾਰਪੋਰੇਟ ਘਰਾਣਿਆਂ ਨੂੰ ਦੇ ਦੇਵਾਂਗੇ, ਤੇ ਫਿਰ ਜਿਹੜਾ ਸਟੇਟ ਦੀ, ਦੇਸ਼ ਦੀ ਜ਼ਿੰਮੇਵਾਰੀ ਲਾਜ਼ਮ ਹੁੰਦੀ ਹੈ ਕਿ ਕਿਸ ਤਰ੍ਹਾਂ ਉਹਨਾਂ ਨੂੰ, ਲੋਕਾਂ ਨੂੰ ਫਾਇਦਾ ਪਹੁੰਚਾਉਣਾ,
ਕਿਸ ਤਰ੍ਹਾਂ ਲੋਕਾਂ ਨੂੰ ਲਾਹੇਵੰਦ ਰੱਖਣਾ, ਕਿਸ ਤਰ੍ਹਾਂ ਲੋਕਾਂ ਨੂੰ ਉਹਨਾਂ ਦੀ ਕਮਾਈ ਅਨੁਸਾਰ ਜਿਹੜੀਆਂ ਸੁਵਿਧਾਵਾਂ ਮੁਹੱਈਆ ਕਰਾਉਣੀਆਂ, ਉਹ ਪ੍ਰਾਈਵੇਟ ਸੈਕਟਰ ਕਦੀ ਵੀ ਨਹੀਂ ਸੋਚਣਗੇ। ਪ੍ਰਾਈਵੇਟ ਸੈਕਟਰਸ ਕਾਰਪੋਰੇਟ ਘਰਾਣੇ ਜਿਹੜੇ ਆ, ਉਹ ਸਿਰਫ਼ ਕਮਾਈ ਦਾ ਸਾਧਨ ਆਪਣਾ ਬਣਾਉਂਦੇ ਹੈਗੇ ਆ, ਇਨਵੈਸਟ ਕਰਦੇ ਆ ਤੇ ਉਹਦੇ ਵਿੱਚੋਂ ਅਰਨ ਕਰਦੇ ਆ ਤੇ ਫਿਰ ਉਹ ਜ਼ਿਆਦਾ ਅਰਨਿੰਗ ਵੱਲ ਧਿਆਨ ਦੇਣਗੇ ਤੇ ਜਿਹੜੀ ਆਮ ਆਵਾਮ ਹੈਗੀ ਆ, ਗਰੀਬ ਲੋਕ ਹੈਗੇ ਆ, ਉਹਨਾਂ ਦੀ ਜੇਬਾਂ ਦੇ ਵਿੱਚੋਂ ਵੀ ਪੈਸਾ ਜ਼ਿਆਦਾ ਨਿਕਲੇਗਾ। ਸੋ ਇਸ ਕਰਕੇ ਸਿੱਧੀ-ਸਿੱਧੀ ਇਹ ਗੱਲ ਸਮਝ ਆਉਂਦੀ ਹੈਗੀ ਆ ਕਿ ਸਾਡਾ ਦੇਸ਼ ਬਹੁਤ ਸਾਰੀਆਂ ਜਗ੍ਹਾਵਾਂ ਦੇ ਉੱਤੇ ਪ੍ਰਾਈਵੇਟ ਸੈਕਟਰਸ ਜਾਂ ਕਾਰਪੋਰੇਟ ਸੈਕਟਰਸ ਨੂੰ ਆਉਣ ਦੇ ਵਿੱਚ, ਉਹਨਾਂ ਦੀ ਸ਼ਮੂਲੀਅਤ ਦੇ ਵਿੱਚ ਅਜੇ ਤਿਆਰ ਨਹੀਂ ਹੈਗਾ। ਸੋ ਇਸੇ ਕਰਕੇ ਹੀ ਸਮੇਂ-ਸਮੇਂ ਸਿਰ ਬਹੁਤ ਵੱਡਾ ਵਿਰੋਧ ਹੁੰਦਾ। ਪੰਜਾਬ ਦੇ ਵਿੱਚ ਡਿਜੀਟਲ ਮੀਟਰਸ ਦੀ ਗੱਲ ਹੋਈ, ਚਿੱਪ ਵਾਲੇ ਮੀਟਰਸ ਦੀ ਗੱਲ ਹੋਈ ਕਿ ਜਿੰਨਾ ਰੀਚਾਰਜ ਕਰਾਓਗੇ, ਓਨਾ ਹੀ ਬਿੱਲ ਤੁਸੀਂ ਦੇ ਪਾਓਗੇ। ਅੱਜ ਪੰਜਾਬ ਦੇ ਵਿੱਚ ਕਈ ਹਾਲਾਤ, ਕਈ ਜਗ੍ਹਾ ਤੇ ਏਦਾਂ ਦੇ ਵੀ ਹੈਗੇ ਆ ਕਿ ਲੋਕਾਂ ਕੋਲ ਖਾਣ ਨੂੰ ਰੋਟੀ ਨਹੀਂ ਹੈਗੀ। ਲੋਕਾਂ ਦੇ ਵਿੱਤੀ ਹਾਲਾਤ ਬਹੁਤ ਮਾੜੇ ਹੈਗੇ ਆ, ਘਰ ਕੱਚੇ ਨੇ, ਬਾਰਿਸ਼ ਆਉਂਦੀ ਹੈ, ਸਾਉਣ ਦਾ ਮਹੀਨਾ ਆਉਂਦਾ ਤੇ ਢਹਿ ਜਾਂਦਾ। ਲੋਕਾਂ ਕੋਲ ਇੰਟਰਨੈਟ ਨਹੀਂ ਹੈਗਾ ਤੇ ਕੱਲ੍ਹ ਨੂੰ ਰੀਚਾਰਜ ਉਹ ਕਿੱਥੋਂ ਕਰਾਉਣਗੇ? ਸੋ ਏਦਾਂ ਦੀਆਂ ਬੁਨਿਆਦੀ ਗੱਲਾਂ ਜਿਹੜੀਆਂ ਹੈਗੀਆਂ, ਸਾਡੇ ਦੇਸ਼ ਨੂੰ ਅਮਰੀਕਾ ਦੀ ਜਾਂ ਡਿਵੈਲਪਡ ਕੰਟਰੀਆਂ ਦੀ ਤਰਜ਼ ਦੇ ਉੱਤੇ ਜਿਹੜਾ ਉਹ ਡਿਵੈਲਪ ਕਰਨ ਦੀ ਕੋਸ਼ਿਸ਼ ਤਾਂ ਕੀਤੀ ਜਾ ਰਹੀ ਹੈ, ਓਦਾਂ ਦੇ ਕਾਨੂੰਨ ਕਵਾਨੀਨ ਜਿਹੜੇ ਲਾਗੂ ਕਰਨ ਦੀ ਕੋਸ਼ਿਸ਼ ਤਾਂ ਕੀਤੀ ਜਾ ਰਹੀ ਹੈ। ਪਰ ਸਾਨੂੰ ਸਮਝਣਾ ਇਹ ਹੋਏਗਾ ਕਿ ਕੀ ਬੁਨਿਆਦੀ ਸਹੂਲਤਾਂ ਲੋਕ ਉਹਨਾਂ ਗੱਲਾਂ ਨੂੰ, ਕਾਰਪੋਰੇਟ ਘਰਾਣਿਆਂ ਨੂੰ ਜਾਂ ਪ੍ਰਾਈਵੇਟ ਸੈਕਟਰ ਦੀ ਬਿਜਲੀ ਨੂੰ ਹਾਸਲ ਕਰਨ ਦੇ ਵਿੱਚ ਉਹਨੇ ਸਮਰੱਥ ਹੈਗੇ ਆ? ਜੇ ਇਕੁਐਲਿਟੀ ਦੀ ਗੱਲ ਕਰਦੇ, ਕੀ ਇਕੁਇਟੀ ਹੈਗੀ ਆ? ਸਰਕਾਰ ਦੀ ਜ਼ਿੰਮੇਵਾਰੀ ਦੇਖੋ, ਕਈ ਸਕੂਲਾਂ 'ਚ ਮੇਰਾ ਜਾਣਾ ਹੋਇਆ, ਸਰਕਾਰੀ ਸਕੂਲਾਂ ਦੇ ਵਿੱਚ ਜਦੋਂ ਜੀ ਜੀ। ਕੋਵਿਡ ਦਾ ਸਿਨੈਰੀਓ ਆਇਆ, ਤੁਹਾਨੂੰ ਸਮਝਾਉਣ ਵਾਸਤੇ ਇੱਕ ਮੈਂ ਦਰਸ਼ਕਾਂ ਨੂੰ ਗੱਲ ਕਰਨੀ ਚਾਹੁੰਦਾ ਕਿ ਉਹ ਮਾਸਕ ਜਿਹੜਾ ਕੰਪਲਸਰੀ ਕੀਤਾ ਗਿਆ। ਕਈ ਹਾਂਜੀ। ਬੱਚੇ ਅਜਿਹੇ ਸਨ ਜਿਨ੍ਹਾਂ ਦੇ ਚਿਹਰੇ ਦੇ ਉੱਤੇ ਮਾਸਕ ਸੀਗਾ ਪਰ ਪੈਰਾਂ ਦੇ ਵਿੱਚ ਚੱਪਲ ਨਹੀਂ ਸੀਗੀ। ਜੇ ਇਹ ਕਾਨੂੰਨ ਇਹ ਲਾਜ਼ਮੀ ਕਰਦਾ ਕਿ ਮਾਸਕ ਲਗਾਇਆ ਜਾਵੇ, ਤਾਂ ਸਰਕਾਰਾਂ ਦੀ, ਸਟੇਟ ਦੀ ਡਿਊਟੀ ਹੁੰਦੀ ਹੈ ਕਿ ਜੇ ਮੂੰਹ ਤੇ ਮਾਸਕ ਲਗਵਾਤਾ ਤੇ ਉਹਦੇ ਪੈਰਾਂ 'ਚ ਚੱਪਲ ਵੀ ਪਹਿਨਵਾ ਦਓ। ਜੀ ਸੋ ਜੀ। ਇਸ ਕਰਕੇ ਪ੍ਰਾਈਵੇਟ ਕੰਪਨੀਆਂ ਨੂੰ ਲੈਣ ਦਾ ਟਰਾਂਸਮਿਸ਼ਨ ਲਾਸ ਜਿਹੜਾ ਹੈ ਉਹ ਸਰਕਾਰਾਂ ਰੋਕ ਨਹੀਂ ਪਾਈਆਂ, ਬਿਜਲੀ ਚੋਰੀ ਰੋਕ ਨਹੀਂ ਪਾਈਆਂ, ਦੁਰਵਰਤੋਂ ਬਿਜਲੀ ਦੀ ਰੋਕ ਨਹੀਂ ਪਾਈਆਂ। ਤੁਸੀਂ ਸਰਕਾਰੀ ਦਫ਼ਤਰਾਂ 'ਚ ਚਲੇ ਜਾਓ, ਏਸੀ ਚੱਲਦੇ ਹੁੰਦੇ, ਧੜਾ-ਧੜ ਲਾਈਟਸ ਚੱਲਦੀਆਂ ਹੁੰਦੀਆਂ। ਮਿਨਿਸਟਰਾਂ ਦੇ ਕੋਠੀਆਂ ਦੇ ਵਿੱਚ, ਘਰਾਂ ਦੇ ਵਿੱਚ ਕਿੰਨੀ ਵੱਡੀ ਤਾਦਾਦ ਦੇ ਉੱਤੇ ਏਸੀ ਲੱਗੇ ਹੁੰਦੇ ਆ। ਬਿਜਲੀ ਦੀ ਖਪਤ ਕਿੰਨੀ ਵੱਧ ਹੁੰਦੀ ਹੈ। ਉਹ ਫ੍ਰੀ ਬਿਜਲੀ ਦਾ ਆਨੰਦ ਮਾਣਦੇ ਆ। ਪਰ ਜਿਹੜੇ ਆਮ ਲੋਕ ਹੈ, ਗਰੀਬ ਲੋਕ ਹੈ ਜਾਂ ਮਿਡਲ ਕਲਾਸ ਲੋਕ ਹੈ, ਉਹਨਾਂ ਨੂੰ ਕਿੱਡੇ ਵੱਡੇ ਲੈਵਲ ਦੇ ਉੱਤੇ 5, 7, 8,000 ਰੁਪਇਆ ਜਿਹੜਾ ਬਿੱਲ ਕਰਨਾ ਪੈਂਦਾ ਜੇ ਉਹ ਇੱਕ ਏਸੀ ਵੀ ਚਲਾ ਲੈਣ ਤੇ ਉਹਨਾਂ ਵਾਸਤੇ ਉਹ ਬਿੱਲ ਪੇ ਕਰਨਾ ਕਿੰਨਾ ਔਖਾ ਹੁੰਦਾ, ਇਹ ਤੁਸੀਂ ਬੜੀ ਭਲੀ-ਭਾਂਤ ਸਮਝਦੇ ਹੋਵੋਗੇ। ਸੋ ਜੀ ਇਸ ਕਰਕੇ ਇਹ ਸਾਰੇ ਹਾਲਾਤ ਜਿਹੜੇ ਪੈਦਾ ਹੋ ਰਹੇ ਦੇਸ਼ ਦੇ ਵਿੱਚ, ਇਹਨਾਂ ਨੂੰ ਸਰਕਾਰਾਂ ਨੂੰ ਸਮਝਣਾ ਚਾਹੀਦਾ ਕਿ ਸਾਡੇ ਲੋਕਾਂ ਦੀ ਡੈਮੋਗ੍ਰਾਫੀ ਜਿਹੜੀ ਹੈਗੀ ਆ, ਉਹਦੇ ਅਧੀਨ, ਉਹਦੇ ਤਹਿਤ ਕਿਹੜੇ ਲੋਕ ਕਿਹੜੇ-ਕਿਹੜੇ ਸੈਕਟਰ ਨਾਲ ਬਿਲੋਂਗ ਕਰਦੇ, ਕਿਹੜੇ ਲੋਕ ਕਿਸ ਤਬਕੇ ਦੇ ਨਾਲ ਬਿਲੋਂਗ ਕਰਦੇ ਆ, ਕੌਣ ਮਿਡਲ ਕਲਾਸ ਹੈ, ਉਹ ਕੀ ਇਹਨਾਂ ਪ੍ਰਾਈਵੇਟ ਕੰਪਨੀਆਂ ਦੇ ਬਿੱਲ ਦੇ ਉੱਤੇ ਸਰਵਾਈਵ ਕਰ ਪਾਏਗਾ? ਕੀ ਗਰੀਬ ਲੋਕਾਂ ਨੂੰ ਇਹ ਪ੍ਰਾਈਵੇਟ ਕੰਪਨੀਆਂ ਏਦਾਂ ਦੀਆਂ ਸੁਵਿਧਾਵਾਂ ਦੇਣਗੀਆਂ, ਸਬਸਿਡੀਜ਼ ਦੇਣਗੀਆਂ? ਸੋ ਇਹ ਕਦੀ ਵੀ ਨਹੀਂ ਹੋਣਾ। ਆਉਣ ਵਾਲੇ ਸਮੇਂ ਦੇ ਵਿੱਚ ਇਹ ਕੰਪਨੀਆਂ ਜਦੋਂ-ਜਦੋਂ ਸਰਕਾਰੀ ਪਬਲਿਕ ਸੈਕਟਰਸ ਨੂੰ ਐਕਵਾਇਰ ਕਰਦੀਆਂ, ਖਰੀਦਦੀਆਂ ਹੈਗੀਆਂ ਤੇ ਬਾਅਦ ਦੇ ਵਿੱਚ ਇਹਨਾਂ ਨੂੰ ਸਿੱਧਾ-ਸਿੱਧਾ ਆਪਣੀ ਕਮਾਈ ਦਾ ਸਾਧਨ ਬਣਾ ਲੈਂਦੀਆਂ। ਇਹਨਾਂ ਨੂੰ ਕਿਸੇ ਗਰੀਬ ਨਾਲ ਕੋਈ ਮਤਲਬ ਨਹੀਂ, ਕਿਸੇ ਮਿਡਲ ਕਲਾਸ ਨਾਲ ਕੋਈ ਮਤਲਬ ਨਹੀਂ ਤੇ ਫਿਰ ਏਦਾਂ ਹੋਊਗਾ ਕਿ ਫਿਰ ਗਰੀਬਾਂ ਦੇ ਘਰਾਂ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਇਹ ਵੀ ਹਾਲਾਤ ਪੈਦਾ ਹੋ ਸਕਦੇ ਆ ਕਿ ਉਹ ਘਰਾਂ ਦੇ ਵਿੱਚ ਬਿਜਲੀ ਦੇ ਮੀਟਰ ਤੱਕ ਲਵਾ ਨਾ ਸਕਣ। ਸੋ ਇਸ ਕਰਕੇ ਵੱਡੇ ਲੈਵਲ ਦੇ ਉੱਤੇ ਇਸ ਗੱਲ ਦਾ ਵਿਰੋਧ ਹੋ ਰਿਹਾ, ਜੋ ਕਿ ਵਾਜਬ ਅਜੇ ਤੱਕ ਨਜ਼ਰ ਆ ਰਿਹਾ। ਦੇਖੋ ਪਵਨ ਜੀ, ਇਹ ਜਿਹੜੀ ਪਾਲਿਸੀ ਅਪਣਾਈ ਜਾ ਰਹੀ ਹੈ ਬਿਜਲੀ ਸੋਧ ਬਿੱਲ ਦੇ ਵਿੱਚ, ਅਸੀਂ ਇਹ ਜਾਣਦੇ ਹਾਂ ਕਿ ਇਹ ਜਿਹੜੀ ਪਾਲਿਸੀ ਹੈ ਇਹ ਕਈ ਦੇਸ਼ਾਂ ਦੇ ਵਿੱਚ ਅਸਫਲ ਹੋ ਚੁੱਕੀ ਹੈ। ਮੁੰਬਈ ਦੇ ਵਿੱਚ ਵੀ, ਈਵਨ ਆਪਣੇ ਦੇਸ਼ ਵਿੱਚ ਵੀ ਐਕਸਪੈਰੀਮੈਂਟ ਕੀਤਾ ਗਿਆ, ਉੱਥੇ ਵੀ ਅਸਫਲ ਰਹੀ ਹੈ। ਪਰ ਸਰਕਾਰ ਕਹਿ ਰਹੀ ਹੈ ਕਿ ਨਹੀਂ, ਇਹਦੇ ਨਾਲ ਫਾਇਦਾ ਹੋਏਗਾ, ਲੋਕਾਂ ਨੂੰ ਫਾਇਦਾ ਹੋਏਗਾ। ਕੇਂਦਰ ਸਰਕਾਰ ਇਹ ਗੱਲ ਦੇ ਉੱਤੇ ਜ਼ੋਰ ਦੇ ਰਹੀ ਹੈ। ਜਿਵੇਂ 3 ਖੇਤੀ ਕਾਨੂੰਨਾਂ ਵੇਲੇ ਉਹਨਾਂ ਨੇ ਕਿਹਾ ਸੀ, ਕੇਂਦਰ ਸਰਕਾਰ ਨੇ, ਕਿ ਇਹਦਾ ਫਾਇਦਾ ਹੋਏਗਾ, ਪਰ ਪ੍ਰੈਸ਼ਰ ਵਿੱਚ ਆ ਕੇ ਉਹਨਾਂ ਨੂੰ ਵਾਪਸ ਲੈਣਾ ਪਿਆ। ਹੁਣ ਵੀ ਪ੍ਰੈਸ਼ਰ ਬਣਦਾ ਪਿਆ। ਸੋ ਇੱਕ ਗੱਲ ਜੋ ਸਿੱਧੀ ਸਾਦੀ ਗੱਲ ਇਹ ਹੈ ਕਿ ਜੇ ਇੱਦਾਂ ਹੀ ਚੱਲਦੀ ਰਹੀ ਸਰਕਾਰ ਔਰ ਦੇਸ਼ ਦੇ ਨਾਲ ਇੱਦਾਂ ਹੀ ਹੁੰਦਾ ਰਿਹਾ ਕਿ ਆਪਣੇ ਇਲੈਕਟੋਰਲ ਫੰਡ ਦੇ ਵਾਸਤੇ, ਇਲੈਕਸ਼ਨਸ ਫੰਡ ਦੇ ਵਾਸਤੇ ਉਹਨਾਂ ਸਰਮਾਏਦਾਰਾਂ ਨੂੰ, ਉਹਨਾਂ ਬਿਜ਼ਨਸ ਹਾਊਸਿਸ ਨੂੰ, ਉਹਨਾਂ ਕਾਰਪੋਰੇਟ ਹਾਊਸਿਸ ਨੂੰ ਸੈਂਟਰਲ ਗਵਰਨਮੈਂਟ ਫਾਇਦਾ ਦਿੰਦੀ ਰਹੀ ਕਿ ਉਹ ਫਾਇਦਾ ਕਮਾਉਣ ਤੇ ਸਾਨੂੰ ਸਪਾਂਸਰਸ ਕਰਨ, ਸਾਡੀਆਂ ਇਲੈਕਸ਼ਨਸ ਨੂੰ ਸਪਾਂਸਰ ਕਰਨ, ਤਾਂ ਇਹ ਤਾਲਮੇਲ ਇੱਦਾਂ ਹੀ ਚੱਲਦਾ ਰਿਹਾ ਕਾਰਪੋਰੇਟ ਸੈਕਟਰ ਦਾ ਤੇ ਕੇਂਦਰ ਸਰਕਾਰ ਦਾ, ਤੇ ਪਾਲਿਸੀਆਂ ਇੱਦਾਂ ਹੀ ਬਣਦੀਆਂ ਰਹੀਆਂ ਜਿਹੜੀਆਂ ਉਹਨਾਂ ਨੂੰ ਬੈਨੀਫਿਟ ਦੇਣ, ਉਹਨਾਂ ਦੀ ਪ੍ਰੋਫਿਟ ਵਾਸਤੇ ਕੰਮ ਕਰਨ, ਤਾਂ ਕਿ ਉਹ ਪ੍ਰੋਫਿਟ ਕਮਾ ਕੇ ਇਹਨਾਂ ਦੇ ਇਲੈਕਸ਼ਨ ਨੂੰ ਫੰਡ ਕਰ ਸਕਣ। ਤਾਂ ਇਹ ਦੇਸ਼ ਦਾ ਬਣੇਗਾ ਕੀ? ਦੇਖੋ ਸੰਜੀਵ ਜੀ, ਇੰਪੋਰਟੈਂਟ ਗੱਲ ਤੁਸੀਂ ਕੀਤੀ ਆ। ਇਹਦੇ ਵਿੱਚ ਵੀ ਬਹੁਤ ਸਾਰੇ ਮੁਖਤਲਿਫ ਨਜ਼ਰੀਆ ਹੈਗੇ ਆ। ਜਿਹੜੀ ਜੀ ਸਰਕਾਰਾਂ, ਤੁਸੀਂ ਇਹ ਦੇਖੋ ਕਿ ਸਰਕਾਰ ਜਦੋਂ ਕੋਈ ਨਾ ਕੋਈ ਲਾਅ ਲਿਆਂਦੀ, ਕੋਈ ਕਾਨੂੰਨ ਲਿਆਂਦੀ, ਕਵਾਨੀਨ ਲਿਆਂਦੀ ਆ ਤੇ ਲੋਕ ਫਿਰ ਉਹਦਾ ਵਿਰੋਧ ਕਰਦੇ ਆ ਤੇ ਸਰਕਾਰਾਂ ਨੂੰ ਆਪਣਾ ਵਿਰੋਧ ਕਰਾ ਕੇ ਕੀ ਹਾਸਲ ਹੁੰਦਾ? ਇੱਥੇ ਵੀ ਇਹ ਸਮਝਣ ਵਾਲੀ ਗੱਲ ਹੈਗੀ ਆ ਕਿ ਜਦੋਂ ਉਹੀ ਲੀਡਰ ਆਪੋਜੀਸ਼ਨ ਦੇ ਵਿੱਚ ਹੁੰਦੇ
ਜਾਂਦੇ ਆ, ਉਦੋਂ ਕਹਿੰਦੇ ਆ ਕਿ ਆਹ ਕਾਨੂੰਨ ਗਲਤ ਹੈ, ਇਹ ਮਹਿੰਗਾਈ ਬਹੁਤ ਹੈ, ਏਦਾਂ ਆਹ ਏਦਾਂ। ਪਰ ਜਦੋਂ ਖੁਦ ਸਰਕਾਰ ਦੇ ਵਿੱਚ ਆ ਜਾਂਦੇ ਨੇ, ਤਾਕਤ ਦੇ ਵਿੱਚ ਆ ਜਾਂਦੇ ਨੇ ਤੇ ਫਿਰ ਉਹ ਉਹੀ ਰੂਲ ਕਿਉਂ ਲਾਗੂ ਕਰਦੇ ਨੇ, ਇਹਦੇ ਵਿੱਚ ਸਮਝਣ ਵਾਲੀ ਗੱਲ ਹੈ। ਪਹਿਲਾ ਪੁਆਇੰਟ ਇਹ ਆ ਕਿ ਸਰਕਾਰਾਂ ਨੂੰ ਏਦਾਂ ਦੇ ਬਿੱਲ ਲਿਆਉਣੇ ਕਿਉਂ ਪੈਂਦੇ ਆ? ਉਹਦੇ ਵਿੱਚ ਪੁਆਇੰਟਸ ਇਹ ਹੈਗੇ ਆ ਕਿ ਜਦੋਂ ਮੈਂ ਅੱਗੇ ਹੀ ਅਰਜ਼ ਕੀਤਾ ਕਿ ਜਦੋਂ ਮੰਨ ਲੀਜੀਏ ਕਿ ਬਿਜਲੀ ਵਿਭਾਗ ਆ, ਉਹਦੇ ਵਿੱਚ ਟਰਾਂਸਮਿਸ਼ਨ ਲਾਸ ਬੜੇ ਵੱਡੇ ਲੈਵਲ ਤੇ ਹੋ ਰਿਹਾ, ਚੋਰੀ ਬੜੇ ਵੱਡੇ ਲੈਵਲ ਤੇ ਹੋ ਰਹੀ ਆ। ਔਰ ਦੂਸਰਾ ਅਸੀਂ ਮੰਨ ਲਈਏ ਕਿ ਬਿਜਲੀ ਦੀ ਖਪਤ ਦਿਨੋਂ-ਦਿਨ ਵੱਧਦੀ ਜਾ ਰਹੀ ਹੈਗੀ ਆ ਸਾਰੇ ਸਿਸਟਮ ਦੇ ਵਿੱਚ ਔਰ ਉਹ ਪੂਰੀ ਨਹੀਂ ਕਰ ਪਾ ਰਹੀ ਸਰਕਾਰੀ ਸੈਕਟਰ ਜਿਹੜੇ ਹੈਗੇ ਆ। ਤੀਸਰਾ ਹੈਗਾ ਕਿ ਕਿਸੇ ਵੀ ਛੋਟੇ ਤੋਂ ਛੋਟੇ ਮੁਲਾਜ਼ਮ ਦੀ ਬਹੁਤ ਵੱਡੇ ਲੈਵਲ ਦੇ ਉੱਤੇ ਤਨਖਾਹ ਹੈਗੀ ਆ, ਉਹ ਵੀ ਸਰਕਾਰਾਂ ਨਹੀਂ ਦੇ ਪਾ ਰਹੀਆਂ, ਘਾਟੇ ਦੇ ਵਿੱਚ ਚੱਲ ਰਹੇ ਹੈਗੇ ਤੇ ਇਨ ਦੀ ਐਂਡ ਫਿਰ ਇਹ ਸਿਸਟਮ ਸਾਰਾ ਕੋਲੈਪਸ ਕਰ ਜਾਣਾ। ਸੋ ਇਸ ਕਰਕੇ ਸਰਕਾਰਾਂ ਕੋਲ ਇੱਕ ਰਾਹ ਬਚਦਾ ਹੁੰਦਾ ਕਿ ਉਹ ਕਿਸੇ ਵੀ ਚੀਜ਼ ਨੂੰ ਵੇਚ ਦਿੰਦੇ ਆ, ਪ੍ਰਾਈਵੇਟਾਈਜ਼ ਕਰ ਦਿੰਦੇ ਆ ਤੇ ਪ੍ਰਾਈਵੇਟਾਈਜ਼ ਕਰਕੇ ਫਿਰ ਉਹ ਕੰਪਨੀਆਂ ਜਿਹੜੀਆਂ ਆਪਣੇ ਆਧਾਰ ਦੇ ਨਾਲ, ਆਪਣੇ ਸਿਸਟਮ ਦੇ ਨਾਲ ਹੀ ਨਵੀਆਂ ਨਿਯੁਕਤੀਆਂ ਕਰਦੀਆਂ ਸਰਕਾਰ ਦੇ ਉੱਤੇ, ਫਿਰ ਉਹ ਬੋਝ ਨਹੀਂ ਪੈਂਦਾ, ਨਾ ਪੈਨਸ਼ਨ ਦੇਣੀ ਪੈਂਦੀ ਹੈ, ਨਾ ਮੋਟੀਆਂ ਤਨਖਾਹਾਂ ਦੇਣੀਆਂ ਪੈਂਦੀਆਂ ਨੇ। 7500 8000 ਦੇ ਉੱਪਰ ਬੰਦੇ ਜਿਹੜੇ ਉਹ ਲਗਾ ਲਏ ਜਾਂਦੇ ਆ। ਤੁਸੀਂ ਦੇਖੋ ਅੱਜ-ਕੱਲ੍ਹ ਜਿਹੜੇ ਮੀਟਰ ਰੀਡਰਸ ਆ, ਪੰਜਾਬ ਦੇ ਵਿੱਚ ਤੇ ਅੱਗੇ ਹੀ ਅੱਧਾ ਤੋਂ ਜ਼ਿਆਦਾ ਬਿਜਲੀ ਬੋਰਡ ਪ੍ਰਾਈਵੇਟ ਹੈਗਾ। ਤੇ ਮੀਟਰ ਰੀਡਰਸ ਜਿਹੜੇ ਆਉਂਦੇ, ਉਹ ਠੇਕੇ ਦੇ ਆਧਾਰ ਦੇ ਉੱਤੇ ਲੱਗੇ ਹੋਏ, ਕੋਈ 7000 ਤਨਖਾਹ ਤੇ, ਕੋਈ 8 ਤੇ, ਕੋਈ 10 ਤੇ। ਉਹ ਆ ਕੇ ਮੀਟਰ ਰੀਡਿੰਗ ਲੈਂਦੇ, ਉਹ ਗਵਰਨਮੈਂਟ ਐਂਪਲਾਈ ਨਹੀਂ ਹੈਗੇ। ਇਸੇ ਤਰੀਕੇ ਨਾਲ ਕਾਰਪੋਰੇਸ਼ਨ ਆ, ਉਹਨਾਂ ਦੀ ਜਿਹੜੀ ਕੂੜਾ ਚੁੱਕਣ ਵਾਲੀਆਂ ਗੱਡੀਆਂ ਆਉਂਦੀਆਂ ਕੰਪਨੀਆਂ ਦੇ ਨਾਲ ਠੇਕੇ ਹੋਏ ਆ, ਸੋ ਇਸੇ ਤਹਿਤ ਕਰਦੇ ਆ। ਕਿਉਂ ਕਰਦੇ ਆ? ਕਿ ਜਦੋਂ ਵਿੱਤੀ ਘਾਟੇ ਦੇ ਵਿੱਚ ਅਦਾਰੇ ਜਾ ਰਹੇ ਹੁੰਦੇ ਆ। ਔਰ ਦੂਸਰਾ ਪੁਆਇੰਟ ਸੰਜੀਵ ਜੀ ਇਹ ਹੈਗਾ ਕਿ ਵਿੱਤੀ ਘਾਟੇ ਦੇ ਵਿੱਚ ਜਾ ਕਿਉਂ ਰਹੇ ਹੁੰਦੇ ਆ? ਇੱਥੇ ਸਰਕਾਰਾਂ ਦੀ ਡਿਊਟੀ ਕੀ ਹੈ? ਸਰਕਾਰਾਂ ਕਿਉਂ ਉਹਨੂੰ ਅੱਛੇ ਤਰੀਕੇ ਨਾਲ ਰੈਗੂਲਾਈਜ਼ ਨਹੀਂ ਕਰਦੀਆਂ? ਕਿਉਂ ਉਹਨਾਂ ਨੂੰ ਵਾਚਦੀਆਂ ਨਹੀਂ, ਘੋਖਦੀਆਂ ਨਹੀਂ? ਕੀ ਕਾਰਨ ਹੁੰਦੇ ਆ ਕਿ ਘਾਟੇ ਵਿੱਚ ਜਾ ਰਹੇ ਹੁੰਦੇ ਆ? ਉਹ ਕਾਰਨ ਇਹ ਹੁੰਦਾ ਕਰਪਸ਼ਨ ਦਾ ਬੜਾ ਵੱਡਾ ਯੋਗਦਾਨ ਹੁੰਦਾ ਇਹਨਾਂ ਗੱਲਾਂ ਦੇ ਵਿੱਚ ਔਰ ਸਰਕਾਰਾਂ ਦਾ ਚੋਰੀ ਨਾ ਰੋਕ ਪਾਉਣਾ। ਬਹੁਤ ਵੱਡੀਆਂ ਖਪਤਕਾਰ ਏਦਾਂ ਦੇ ਹੋਣੇ ਜਿਹੜੇ ਫ੍ਰੀ ਬਿਜਲੀ ਇਸਤੇਮਾਲ ਕਰਦੇ ਹੋਣ, ਚਾਹੇ ਲੀਡਰ ਹੋਣ, ਚਾਹੇ ਮੰਤਰੀ ਹੋਣ, ਚਾਹੇ ਸੰਤਰੀ ਹੋਣ, ਚਾਹੇ ਮਹਿਕਮੇ ਦੇ ਲੋਕ ਹੋਣ, ਹੋਰ ਕਈ ਲੋਕ ਹੋਣ। ਜਦੋਂ ਸਾਰੀਆਂ ਸੁਵਿਧਾਵਾਂ ਫ੍ਰੀ ਲੈ ਰਹੇ ਆ, ਪਿੰਡਾਂ ਦੇ ਵਿੱਚ ਵੱਡੇ ਲੈਵਲ ਦੇ ਉੱਤੇ ਕੁੰਡੀਆਂ ਲੱਗ ਰਹੀਆਂ, ਸਿੱਧੀਆਂ ਬਿਜਲੀਆਂ ਚੱਲ ਰਹੀਆਂ ਹੈਗੀਆਂ, ਉਹ ਲੀਡਰ ਬੜਕਾ ਮਾਰਦੇ ਆ ਕਿ ਜਦੋਂ ਸਾਡੀ ਸਰਕਾਰ ਹੁੰਦੀ ਸੀ, ਅਸੀਂ ਤੁਹਾਨੂੰ ਕੁੰਡੀ ਲਵਾ ਦਿੰਦੇ ਸੀ, ਕੋਈ ਪੁੱਛਣ ਵਾਲਾ ਨਹੀਂ ਹੁੰਦਾ ਸੀ। ਉਹਨਾਂ ਨੂੰ ਇੱਥੇ ਸ਼ਹਿਰੀ ਲੋਕਾਂ ਨੂੰ ਇਹ ਸਮਝਣ ਦੀ ਲੋੜ ਪੈਂਦੀ ਆ ਕਿ ਜੇ ਇੰਨੀਆਂ ਵੱਡੀਆਂ ਕੁੰਡੀਆਂ ਇਸ ਤਾਦਾਦ ਦੇ ਵਿੱਚ ਲੱਗਣਗੀਆਂ ਤਾਂ ਉਹਦਾ ਅਲਟੀਮੇਟ ਬੋਝ ਕਿਹਨੂੰ ਪੈਣਾ? ਗਰੀਬ ਨੂੰ, ਸ਼ਰੀਫ ਨੂੰ, ਮਜ਼ਲੂਮ ਨੂੰ, ਜਿਹੜਾ ਸ਼ਰੀਫ ਬੰਦਾ ਕੁੰਡੀ ਨਹੀਂ ਲਾ ਸਕਦਾ। ਫਿਰ ਉਹਦਾ ਬਿੱਲ ਵਾਧੂ ਆਊਗਾ। ਕਿੱਥੋਂ ਉਹਨਾਂ ਨੇ ਰੈਵਨਿਊ ਪੂਰਾ ਕਰਨਾ, ਖਰਚਾ ਪੂਰਾ ਕਰਨਾ? ਫਿਰ ਉਹਨਾਂ ਦੇ ਉੱਤੇ ਬੋਝ ਪਏਗਾ, ਬਿਜਲੀ ਦਿਨੋਂ-ਦਿਨ ਮਹਿੰਗੀ ਹੁੰਦੀ ਜਾਏਗੀ। ਜਦੋਂ ਮਹਿੰਗੀ ਹੁੰਦੀ ਜਾਏਗੀ, ਅਦਾਰੇ ਘਾਟੇ ਦੇ ਵਿੱਚ ਜਾਣਗੇ, ਨਵੇਂ ਲੋਕਾਂ ਨੂੰ ਉਹਦੇ ਵਿੱਚ ਇੰਪਲੋਏ ਕਰਨ ਲਈ ਉਹਨਾਂ ਕੋਲ ਪੈਸਾ ਨਹੀਂ ਹੋਊਗਾ ਤਨਖਾਹਾਂ ਦੇਣ ਲਈ ਤੇ ਫਿਰ ਅਲਟੀਮੇਟਲੀ ਉਹ ਅਦਾਰੇ ਵਿਕਣਗੇ। ਸੋ ਇਸ ਕਰਕੇ ਇਸੇ ਤਹਿਤ ਹੀ ਸਰਕਾਰਾਂ ਦੀ, ਲੀਡਰਾਂ ਦੀ ਨਲਾਇਕੀ ਜਿਹੜੀ ਸੰਜੀਵ ਜੀ, ਉਹ ਇਸ ਪੁਆਇੰਟ ਤੇ ਹੈ ਕਿ ਉਹ ਮਹਿਕਮਿਆਂ ਨੂੰ ਬਚਾ ਨਹੀਂ ਸਕੇ, ਆਪਣੇ ਅਫਸਰਾਂ ਨੂੰ ਬਚਾ ਨਹੀਂ ਸਕੇ, ਆਪਣੇ ਅਦਾਰਿਆਂ ਨੂੰ ਖਤਮ ਹੋਣ ਤੋਂ ਰੋਕਣ ਨਹੀਂ ਸਕੇ। ਪਰ ਸ਼ਰਮਿੰਦਗੀ ਦਾ ਬਾਇਸ ਬਣਾਉਂਦੇ ਹੋਏ ਫਿਰ ਅਲਟੀਮੇਟਲੀ ਉਹਨਾਂ ਨੂੰ ਕਾਰਪੋਰੇਟ ਘਰਾਣਿਆਂ ਨੂੰ ਵੇਚ ਕੇ ਤੇ ਫਿਰ ਉਸ ਤੋਂ ਬਾਅਦ ਕਹਿ ਤਾ ਜੀ ਅਸੀਂ ਦੇਸ਼ ਦੀ ਤਰੱਕੀ ਦੇ ਵਿੱਚ ਬੜੇ ਹਾਮਿਲ ਹੋ ਗਏ ਹਾਂ, ਹਿੱਸਾਦਾਰੀ ਪਾ ਲਈ ਹੈ। ਇਹ ਬੜੀ ਸ਼ਰਮਨਾਕ ਜਿਹੜੀ ਗੱਲ ਹੁੰਦੀ ਹੈ। ਅਦਾਰਿਆਂ ਨੂੰ ਬਚਾਉਣਾ ਚਾਹੀਦਾ ਔਰ ਪਿਛਲੇ ਸਮੇਂ 'ਚ ਤੁਸੀਂ ਦੇਖਿਆ ਚਾਹੇ ਉਹ ਮੈਂ ਇਸ ਤੋਂ ਹਟ ਕੇ ਗੱਲ ਕਰ ਰਿਹਾ, ਪੰਜਾਬ ਦੇ ਵਿੱਚ ਮੈਡੀਕਲ ਇਨਫਰਾਸਟਰਕਚਰ ਦੀ ਗੱਲ ਕਰ ਰਹੇ ਆ ਜੀ। ਪੰਜਾਬ ਦੇ ਸਰਕਾਰਾਂ ਦਾ ਧਿਆਨ ਇਸ ਵੱਲ ਜੀ ਮੁਹੱਲਾ ਕਲੀਨਿਕ 117 ਹਲਕਿਆਂ ਦੇ ਵਿੱਚ ਬਣਾਤਾ। ਉਹ ਸਿੱਧੀ-ਸਿੱਧੀ ਗੱਲ ਹੈ, ਉਹ ਮੁਹੱਲਾ ਕਲੀਨਿਕ ਨਹੀਂ ਹੈਗੇ, ਉਹ ਐਮਐਲਏ ਕਲੀਨਿਕ ਹੈਗੇ ਆ। 151 ਤੋਂ ਉੱਪਰ ਤੇ ਬਲਾਕ ਹੈਗੇ ਪੰਜਾਬ ਦੇ ਵਿੱਚ ਔਰ ਇੰਨੇ ਸੈਟੇਲਾਈਟ ਹਸਪੀਟਲ ਹੈਗੇ ਆ, ਅਰਬਨ ਡਿਸਪੈਂਸਰੀਜ਼ ਹੈਗੀਆਂ, ਵੱਡੇ ਹਸਪੀਟਲ ਹੈਗੇ ਆ। ਉਹ ਇਨਫਰਾਸਟਰਕਚਰ ਸੰਭਾਲੇ ਨਹੀਂ ਜਾ ਰਹੇ, ਡਾਕਟਰਸ ਉਹਨਾਂ ਤੋਂ ਇੰਪਲੋਏ ਕੀਤੇ ਨਹੀਂ ਜਾ ਰਹੇ। ਸਪੈਸ਼ਲਿਸਟ ਡਾਕਟਰਾਂ ਦੀ ਘਾਟ ਹੈਗੀ ਆ, ਫਿਰ ਅਦਾਰੇ ਖਤਮ ਹੋਣਗੇ। ਫਿਰ ਅਲਟੀਮੇਟਲੀ ਜਿਹੜੇ ਪਬਲਿਕ ਸੈਕਟਰਸ ਦੇ ਵੱਡੇ ਸਰਕਾਰੀ ਹਸਪਤਾਲ ਹੋਣਗੇ, ਉਹਨਾਂ ਨੂੰ ਵੀ ਆਉਣ ਵਾਲੇ ਸਮੇਂ ਦੇ ਵਿੱਚ ਪ੍ਰਾਈਵੇਟਾਈਜ਼ ਕੀਤਾ ਜਾਊਗਾ। ਇਸੇ ਜੀ। ਤਹਿਤ ਹੀ ਸੰਜੀਵ ਜੀ, ਬਿਜਲੀ ਬੋਰਡ ਔਰ ਬਿਜਲੀ ਦਾ ਜਿਹੜਾ ਸੰਸ਼ੋਧਨ ਬਿੱਲ 2022 ਲੈ ਕੇ ਆਏ ਆ, ਜਿਹਦੇ ਵਿੱਚ ਪ੍ਰਾਈਵੇਟ ਕੰਪਨੀਜ਼ ਨੂੰ ਇਨਕਾਰਪੋਰੇਟ ਕੀਤਾ ਗਿਆ। ਉਹਦਾ ਸਿੱਧਾ-ਸਿੱਧਾ ਕਾਰਨ ਇਹ ਹੈਗਾ, ਇਹਨਾਂ ਲੀਡਰਾਂ ਦੀ ਔਰ ਇਹਨਾਂ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਨਲਾਇਕੀ। ਇਹ ਆਪਣੇ ਅਦਾਰਿਆਂ ਨੂੰ ਫੇਲ ਹੋਣ ਤੋਂ ਬਚਾ ਨਹੀਂ ਸਕੇ ਤੇ ਅਲਟੀਮੇਟਲੀ ਪ੍ਰਾਈਵੇਟ ਘਰਾਣਿਆਂ ਨੂੰ ਵੇਚ ਕੇ ਆਪਣੀ ਜਾਨ ਛੁਡਾ ਕੇ ਸਰਕਾਰ ਤੋਂ ਬੋਝ ਘਟਾਉਣਾ ਚਾਹੁੰਦੇ ਆ। ਤੇ ਤੁਸੀਂ ਇਹ ਗੱਲ ਸਮਝ ਲਓ ਕਿ ਜੇ ਸਾਰੇ ਅਦਾਰੇ ਇਸ ਤਰ੍ਹਾਂ ਹੀ ਸਮੇਂ ਸਿਰ ਵਾਰੀ-ਵਾਰੀ ਪ੍ਰਾਈਵੇਟ ਕਰਦੇ ਗਏ, ਕਾਰਪੋਰੇਟ ਘਰਾਣਿਆਂ ਨੂੰ ਦਿੱਤੇ ਗਏ ਤੇ ਫਿਰ ਸਰਕਾਰੀ ਅਫਸਰਾਂ ਦਾ ਔਰ ਇਹਨਾਂ ਲੀਡਰਾਂ ਦਾ ਫਿਰ ਕੰਮ ਕੀ ਦੇਸ਼ ਦੇ ਵਿੱਚ ਰਹਿ ਜਾਂਦਾ? ਸਾਰਾ ਸਹੀ। ਕੰਮ ਤੇ ਪ੍ਰਾਈਵੇਟ ਕੰਪਨੀਆਂ ਨੇ ਕਰਨਾ। ਇਹ ਸਿਰਫ ਆਨੰਦ ਮਾਣਨ ਨੂੰ ਹੈਗੇ ਆ, ਸਿਰਫ ਲੋਕਾਂ ਦੇ ਖਜ਼ਾਨੇ ਨੂੰ ਭੋਗ ਕਰਨ ਲਈ ਹੈਗੇ ਆ, ਪਬਲਿਕ ਐਕਸਚੇਕਰ ਨੂੰ ਖਤਮ ਕਰਨ ਲਈ ਹੈਗੇ ਆ। ਹੌਲੀ-ਹੌਲੀ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਕਹਿ ਦੇਣਗੇ ਕਿ ਸਾਡੀ ਜਿਹੜੀ ਵੈਪਨਰੀਜ਼ ਹੈਗੀਆਂ, ਏਦਾਂ ਦੇ ਸਿਸਟਮ ਨੂੰ ਵੀ ਅਸੀਂ ਪ੍ਰਾਈਵੇਟ ਕਰ ਦਾਂਗੇ। ਫਿਰ ਕੱਲ੍ਹ ਨੂੰ ਜਿਹੜੇ ਸਾਇੰਟਿਫਿਕ ਜਿਹੜੀਆਂ ਸੀਕ੍ਰੇਸੀ ਵਾਲੀਆਂ ਗੱਲਾਂ ਹੁੰਦੀਆਂ, ਉਹਨਾਂ ਨੂੰ ਵੀ ਪ੍ਰਾਈਵੇਟ ਕਰਨ ਵੱਲ ਨੂੰ ਤੁਰ ਪੈਣਗੇ। ਸੋ ਸਾਰੇ ਅਦਾਰੇ ਦਿਨ-ਬ-ਦਿਨ ਪ੍ਰਾਈਵੇਟ ਕਰਨਾ
ਖਤਮ ਕਰਨਾ, ਉਹਨਾਂ ਨੂੰ ਫਿਰ ਪਬਲਿਕ ਅਦਾਰੇ ਜਿਹੜੇ ਪਬਲਿਕ ਸੈਕਟਰਸ ਲੋਕਾਂ ਦੀ ਸੇਵਾ ਲਈ, ਲੋਕਾਂ ਦੀ ਸਹੂਲਤ ਲਈ, ਲੋਕਾਂ ਦੇ ਵਾਸਤੇ ਲੋਕਾਂ ਦੇ ਅਦਾਰੇ ਸੀ, ਉਹਨਾਂ ਨੂੰ ਪ੍ਰਾਈਵੇਟ ਹੱਥਾਂ ਦੇ ਵਿੱਚ ਦੇ ਕੇ ਔਰ ਸਿਰਫ ਮੁਨਾਫ਼ਾ ਕਮਾਉਣ ਵਾਲੇ ਲੋਕਾਂ ਨੂੰ ਅਦਾਰੇ ਦਿੱਤੇ ਜਾਣਗੇ ਤੇ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਦੇਸ਼ ਦੇ ਲੋਕਾਂ ਦਾ ਭਵਿੱਖ ਸੁਖਾਲਾ ਨਹੀਂ ਹੋਣਾ। ਇਹ ਲੀਡਰ ਟੈਂਪਰੇਰੀ ਤੌਰ ਦੇ ਉੱਤੇ ਆਪਣਾ ਬਚਾਅ ਕਰਨ ਲਈ ਇਹ ਅਦਾਰੇ ਵੇਚ ਰਹੇ ਨੇ, ਆਪਣੀ ਜਾਨ ਛੁਡਾ ਰਹੇ ਨੇ। ਇਹ ਵਿੱਤੀ ਘਾਟੇ ਦੇ ਉੱਤੋਂ ਕਿਸੇ ਵੀ ਅਦਾਰੇ ਨੂੰ ਬਚਾ ਨਹੀਂ ਸਕੇ, ਕਰਪਸ਼ਨ ਨੂੰ ਰੋਕ ਨਹੀਂ ਸਕੇ। ਜੇ ਬਿਜਲੀ ਦੀ ਗੱਲ ਕਰੀਏ, ਟਰਾਂਸਮਿਸ਼ਨ ਲਾਸ ਨੂੰ ਨਹੀਂ ਰੋਕ ਸਕੇ। ਅੱਜ ਕਿਸੇ ਪਿੰਡ 'ਚ ਜੇ ਕੋਈ ਟਰਾਂਸਫਾਰਮਰ ਸੜ ਜਾਂਦਾ ਹੈ, ਤੇ ਉਹ ਕੰਪਲੇਂਟ ਕਰਦਾ ਤੇ ਹਫ਼ਤਾ-ਹਫ਼ਤਾ ਟਰਾਂਸਫਾਰਮਰ ਨਹੀਂ ਬਣਦਾ। ਤੁਸੀਂ ਸਮਝ ਸਕਦੇ ਹੋ। ਅੰਮ੍ਰਿਤਸਰ ਦੇ ਵਿੱਚ ਬਹੁਤ ਸਾਰੀਆਂ ਟਰਾਂਸਫਾਰਮਰ ਰਿਪੇਅਰ ਵਰਕਸ਼ਾਪਸ ਹੈਗੀਆਂ ਸੀ, ਸਾਰੀਆਂ ਹੀ ਬੰਦ ਹੋ ਗਈਆਂ। ਉਹਨਾਂ ਦੀ ਕੰਪਨੀ ਦਾ ਕਹਿਣਾ ਹੈਗਾ ਕਿ ਅਸੀਂ ਮੋਟੀਆਂ ਤਨਖਾਹਾਂ ਕਿਉਂ ਦੇਈਏ ਕਿਸੇ ਨੂੰ 60-60 ਹਜ਼ਾਰ, ਕਿਸੇ ਨੂੰ 1-1 ਲੱਖ। ਸਾਡੇ ਕੋਲ ਤੇ 7,000 ਤੇ ਬੰਦੇ ਕੰਮ ਕਰਨ ਲਈ ਤਿਆਰ ਹੈਗੇ। ਸੋ ਇਹਦੇ ਨਾਲ ਅਲਟੀਮੇਟਲੀ ਸਾਡੇ ਦੇਸ਼ ਦੀ ਜਿਹੜੀ ਨਵੀਂ ਯੂਥ ਹੈਗੀ ਆ, ਅਗਲੀ ਪੀੜ੍ਹੀ ਹੈਗੀ, ਉਹਨਾਂ ਦੀ ਐਕਸਪਲੋਇਟੇਸ਼ਨ ਬੜੇ ਵੱਡੇ ਲੈਵਲ ਤੇ ਹੋਣ ਵਾਲੀ ਹੈ। ਸੋ ਇਸ ਕਰਕੇ ਇਹ ਜਿਹੜਾ ਰੋਸ ਹੈਗਾ, ਜਿਹੜੇ ਵੱਖ-ਵੱਖ ਸਰਕਾਰਾਂ ਰੋਸ ਕਰ ਰਹੀਆਂ, ਜਥੇਬੰਦੀਆਂ ਰੋਸ ਕਰ ਰਹੀਆਂ, ਉਹਨਾਂ ਦਾ ਇਸ ਐਂਗਲ ਤੋਂ ਰੋਸ ਕਰਨਾ ਬੜਾ ਵਾਜਿਬ ਹੈਗਾ। ਬਿਲਕੁਲ ਤੁਸੀਂ ਠੀਕ ਕਹਿ ਰਹੇ ਹੋ, ਕਿਉਂਕਿ ਇਹ ਇੱਕ ਐਕਸਪੈਰੀਮੈਂਟ ਕੀਤਾ ਜਾਂਦਾ ਹਰ ਵਾਰ ਕਿ ਪ੍ਰਾਈਵੇਟਾਈਜ਼ ਕਰਕੇ ਦੇਖੀਏ ਪਬਲਿਕ ਕੀ ਕਹਿੰਦੀ ਹੈ, ਵਿਰੋਧੀ ਧਿਰ ਕੀ ਕਹਿੰਦੇ ਨੇ, ਕਿੱਦਾਂ ਦੀ ਰਿਐਕਸ਼ਨ ਆਉਂਦੀ ਹੈ, ਫਿਰ ਉਸ ਦੇ ਮੁਤਾਬਿਕ ਅੱਗੇ ਤੁਰਾਂਗੇ। ਜਿਹੜੀ ਇਹ ਅਗਨੀਪਥ ਯੋਜਨਾ ਹੈ, ਤੁਸੀਂ ਨੈਸ਼ਨਲ ਸਿਕਿਉਰਿਟੀ ਦੀ ਗੱਲ ਕੀਤੀ ਹੈ। ਅਗਨੀਪਥ ਯੋਜਨਾ ਜਿਹੜੀ 4 ਸਾਲ ਵਾਸਤੇ ਰੱਖਣੇ ਨੇ ਬੰਦੇ ਠੇਕੇ ਦੇ ਉੱਤੇ, ਉਹ ਵੀ ਸ਼ਾਇਦ ਇਹ ਇੱਕ ਐਕਸਪੈਰੀਮੈਂਟ ਹੈ ਕਿ ਕਿਉਂ ਨਾ ਨੈਸ਼ਨਲ ਸਿਕਿਉਰਿਟੀ ਨੂੰ ਵੀ ਪ੍ਰਾਈਵੇਟਾਈਜ਼ ਕਰ ਦਿੱਤਾ ਜਾਵੇ, ਉਹ ਵੀ ਪ੍ਰਾਈਵੇਟ ਹੱਥਾਂ ਦੇ ਵਿੱਚ ਦੇ ਦਿੱਤੀ ਜਾਵੇ। ਮਾਹਿਰ ਮੰਨਦੇ ਨੇ ਕਿ ਸ਼ਾਇਦ ਇਹ ਵੀ ਇੱਕ ਐਕਸਪੈਰੀਮੈਂਟ ਹੋਣ ਲੱਗਾ ਕਿ ਦੇਖੋ ਅਗਨੀਪਥ ਦਾ ਰਿਐਕਸ਼ਨ ਕੀ ਆਉਂਦਾ ਹੈ, ਰਿਜ਼ਲਟ ਕੀ ਆਉਂਦਾ ਹੈ, ਫਿਰ ਉਸ ਦੇ ਮੁਤਾਬਿਕ ਅੱਗੇ ਪਾਲਿਸੀ ਬਣਾਵਾਂਗੇ। ਕਿਉਂਕਿ ਹੋ ਸਕਦਾ ਹੈ ਇਹ ਵੀ ਪ੍ਰਾਈਵੇਟਾਈਜ਼ ਵੱਲ ਜਾਣ ਦਾ ਇੱਕ ਕਦਮ ਹੋਵੇ, ਇੱਕ ਐਕਸਪੈਰੀਮੈਂਟ ਹੋਵੇ। ਖੈਰ, ਆਪਾਂ ਅੱਗੇ ਵਧਦੇ ਹਾਂ। ਜੋ ਮਾਹਿਰ ਮੰਨਦੇ ਨੇ ਆਪਾਂ ਉਹ ਸਾਰਾ ਕੁਝ ਐਕਸਪਲੇਨ ਕਰ ਰਹੇ ਹਾਂ ਆਪਣੇ ਦਰਸ਼ਕਾਂ ਨੂੰ। ਅਗਲਾ ਸਟੈਪ ਆਪਾਂ ਲੈਂਦੇ ਹਾਂ ਰਾਘਵ ਚੱਡਾ ਤੇ ਮੁੜ ਕੇ ਆਉਂਦੇ ਹਾਂ। ਉਹਨਾਂ ਨੇ ਇੱਕ ਨੰਬਰ ਜਾਰੀ ਕੀਤਾ ਹੈ ਕਿ ਇਸ ਨੰਬਰ ਦੇ ਉੱਤੇ ਮੈਨੂੰ ਪੰਜਾਬ ਵਾਸੀ ਸੁਝਾਅ ਦੇਣ ਕਿ ਪੰਜਾਬ ਦੀ ਬਿਹਤਰੀ ਵਾਸਤੇ ਮੇਰੀ ਜਿਹੜੀ ਐਡਵਾਈਜ਼ਰੀ ਕਮੇਟੀ ਹੈ, ਜਿਹਦਾ ਮੈਂ ਚੇਅਰਮੈਨ ਹਾਂ, ਉਹ ਕਮੇਟੀ ਕੀ ਕਰੇ, ਯਾਨੀ ਮੈਂ ਕੀ ਕਰਾਂ ਪੰਜਾਬ ਦੇ ਭਲੇ ਵਾਸਤੇ। ਇਸ ਨੂੰ ਆਪਾਂ ਕਿਸ ਤਰ੍ਹਾਂ ਐਨਾਲਾਈਜ਼ ਕਰ ਸਕਦੇ ਹਾਂ? ਦੇਖੋ, ਸਿੱਧੀ-ਸਿੱਧੀ ਗੱਲ ਹੈਗੀ ਆ ਕਿ ਇਹਨਾਂ ਲੀਡਰਾਂ ਦੀ ਜਿਹੜੇ ਦਿੱਲੀ ਤੋਂ ਆਏ ਆ, ਜਿਨ੍ਹਾਂ ਦਾ ਪੰਜਾਬ ਦੇ ਨਾਲ ਕੋਈ ਸਰੋਕਾਰ ਨਹੀਂ ਹੈਗਾ, ਜਾਂ ਪੰਜਾਬ ਦੀ ਪੋਲੀਟੀਕਲ ਹਿਸਟਰੀ ਜਾਂ ਸਮਾਜਿਕ ਹਿਸਟਰੀ ਜਾਂ ਕਿਸੇ ਵੀ ਤਰ੍ਹਾਂ ਦੀ ਹਿਸਟਰੀ ਦੇ ਵਿੱਚ ਇਹਨਾਂ ਦਾ ਨਾਮੋ ਨਿਸ਼ਾਨ ਨਹੀਂ ਹੈਗਾ। ਇਹਨਾਂ ਨੂੰ ਆਪਣੇ ਆਪ ਨੂੰ ਐਸਟੈਬਲਿਸ਼ ਕਰਨ ਵਾਸਤੇ ਏਦਾਂ ਦੇ ਨੰਬਰ ਵੀ ਜਾਰੀ ਕਰਨੇ ਪੈ ਰਹੇ ਆ, ਏਦਾਂ ਦੇ ਹੈਲਪਲਾਈਨ ਨੰਬਰ ਵੀ ਜਾਰੀ ਕਰਨੇ ਪੈ ਰਹੇ ਆ। ਔਰ ਤੁਸੀਂ ਇੱਕ ਸੰਜੀਵ ਜੀ, ਪ੍ਰੋਮੀਨੈਂਟਲੀ ਇੱਕ ਗੱਲ ਨੂੰ ਬੜਾ ਅੰਡਰਸਟੈਂਡ ਕਰੋਗੇ ਕਿ ਪੰਜਾਬ ਦੇ ਵਿੱਚ ਇੱਕ ਮੁੱਖ ਮੰਤਰੀ ਹੈਗਾ ਔਰ ਕਿੰਨੇ ਮੰਤਰੀ ਦੀ ਫੌਜ ਹੈਗੀ ਹੈ, ਕਿੰਨੇ ਐਮਐਲਏਸ ਦੀ ਫੌਜ ਹੈਗੀ ਆ। ਪੰਜਾਬ ਜੀ ਦੇ ਵਿੱਚ ਕਿੱਡਾ ਵੱਡਾ ਬੁੱਧੀਜੀਵੀ ਵਰਗ ਬੈਠਾ ਹੈ। ਪੰਜਾਬ ਦੇ ਵਿੱਚ ਕਿੱਡੇ ਵਧੀਆ-ਵਧੀਆ ਪ੍ਰਸ਼ਾਸਨਿਕ ਅਧਿਕਾਰੀ ਵੀ ਹੈਗੇ ਨੇ, ਸੋਸ਼ਲ ਐਕਟਿਵਿਸਟ ਵੀ ਹੈਗੇ ਨੇ, ਪੋਲੀਟੀਕਲ ਐਕਟਿਵਿਸਟ ਵੀ ਹੈਗੇ ਨੇ, ਹਰ ਤਰ੍ਹਾਂ ਦੇ ਐਕਟਿਵਿਸਟ ਪੰਜਾਬ ਦੇ ਵਿੱਚ ਮੌਜੂਦ ਹੈਗੇ ਨੇ। ਜੀ ਔਰ ਰਾਘਵ ਚੱਡਾ ਨੂੰ ਇਹ ਬੜੀ ਕਲੀਅਰਲੀ ਸਮਝ ਆ ਗਿਆ ਕਿ ਉਹਨਾਂ ਨੂੰ ਅਜੇ ਤੱਕ ਪੰਜਾਬ ਦੇ ਲੋਕਾਂ ਨੇ ਕਿਸ ਤਰ੍ਹਾਂ ਵੀ ਕਾਬਿਲੇ ਕਬੂਲ ਨਹੀਂ ਕੀਤਾ। ਉਹਨਾਂ ਨੂੰ ਉਹਨਾਂ ਦੇ ਮਨਾਂ ਦੇ ਵਿੱਚ ਰਾਘਵ ਚੱਡਾ ਨੂੰ ਔਰ ਦਿੱਲੀ ਦੇ ਜਿਹੜੇ ਹੋਰ ਲੀਡਰ ਜਿਹੜੇ ਆ ਸਾਡੇ ਤੇ ਥੋਪੇ ਗਏ, ਉਹਨਾਂ ਨੂੰ ਲੈ ਕੇ ਵਿਰੋਧਤਾ ਜ਼ਰੂਰ ਹੈਗੀ ਆ, ਲੋਕਾਂ ਨੇ ਉਹਨਾਂ ਨੂੰ ਐਕਸੈਪਟ ਨਹੀਂ ਕੀਤਾ। ਸੋ ਇਸ ਜੀ ਕਰਕੇ ਜਿਸ ਤਰ੍ਹਾਂ ਜੀਐਸਟੀ ਦੀ ਗੱਲ ਹੈ ਜੀ, ਮੈਂ ਫਾਈਨੈਂਸ ਮਿਨਿਸਟਰ ਨੂੰ ਮਿਲਿਆ। ਦੇਖੋ, ਹੋਰ ਰਾਜ ਸਭਾ ਦਾ ਮੈਂਬਰ ਹੋਵੇ ਜਾਂ ਕਿਸੇ ਵੀ ਪਾਰਲੀਮੈਂਟ ਦਾ ਹੋਵੇ ਜਾਂ ਵਿਧਾਨ ਸਭਾ ਦਾ ਹੋਵੇ, ਹੋਰ ਉਹਦੀ ਡਿਊਟੀ ਕੀ ਹੁੰਦੀ ਹੈ? ਇਹਦੇ ਤੇ ਕ੍ਰੈਡਿਟ ਲੈਣ ਵਾਲੀ ਕਿਹੜੀ ਗੱਲ ਹੈ? ਮਿਲਣਾ ਨਹੀਂ ਸੀ। ਨਾ ਮਿਲਦੇ ਤੇ ਲੋਕਾਂ ਨੇ ਤੇ ਅੱਗੋਂ ਹੀ ਧੌਣੋਂ ਫੜਿਆ ਕਿ ਇਹ ਲੋਕ, ਇਹਨਾਂ ਦਾ ਪੰਜਾਬ ਦੇ ਵਾਸੀਆਂ ਲਈ ਕੰਮ ਕੀ ਹੈਗਾ, ਕੀ ਸਰੋਕਾਰ ਹੈਗਾ, ਕੀ ਇਹਨਾਂ ਨੇ ਪੰਜਾਬ ਦੇ ਲੋਕਾਂ ਨੂੰ ਦਿੱਤਾ। ਔਰ ਤੁਸੀਂ ਦੇਖੋ, ਇੱਕ ਅੱਡ ਆਪਣੇ ਲੈਵਲ ਦੇ ਉੱਤੇ ਹੈਲਪਲਾਈਨ ਜਾਰੀ ਕਰ ਦੇਣੀ ਔਰ ਕਹਿਣਾ ਲੋਕ ਸਭਾ ਦੇ ਵਿੱਚ ਮੈਂ ਤੁਹਾਡੇ ਮੁੱਦੇ ਚੱਕਾਂਗਾ, ਤੁਸੀਂ ਮੈਨੂੰ ਆਪਣੀ ਰਾਏ ਭੇਜੋ। ਜਿੱਥੇ ਮੁੱਖ ਮੰਤਰੀ ਕੋਲ ਬਹੁਤ ਸਾਰੇ ਵਿਸ਼ੇ ਹੁੰਦੇ ਆ, ਜਿੱਥੇ ਪੰਜਾਬ ਦੇ ਸਟੇਟ ਅਫੇਅਰਸ ਜਿਹੜੇ ਆ ਬਹੁਤ ਵੱਡੇ ਲੈਵਲ ਦੇ ਉੱਤੇ ਬਹੁਤ ਸਾਰੇ ਮਾਫੀਆਜ਼ ਨੂੰ ਖਤਮ ਕਰਨ ਦੇ ਵਿੱਚ ਲੱਗੇ ਹੋਏ ਨੇ। ਉੱਥੇ ਪੰਜਾਬ ਦੇ ਇਸ਼ੂ ਜਿਹੜੇ ਆ ਕਿਸੇ ਤੋਂ ਲੁਕੇ ਛੁਪੇ ਨਹੀਂ ਹੈਗੇ। ਪੰਜਾਬ ਦੇ ਕਿਹੜੇ ਇਸ਼ੂ ਨੇ, ਪ੍ਰੋਮੀਨੈਂਟ ਇਸ਼ੂ ਨੇ? ਡਰੱਗ ਮਾਫੀਆ, ਸੈਂਡ ਮਾਫੀਆ, ਕੇਬਲ ਮਾਫੀਆ, ਟਰਾਂਸਪੋਰਟ ਮਾਫੀਆ, ਗੈਂਗਸਟਰਵਾਦ ਜਿਹੜਾ ਹੈ, ਏਦਾਂ ਦੇ ਇਸ਼ੂ ਜਿਹੜੇ ਆਲਰੇਡੀ ਸਾਰਿਆਂ ਦੇ ਸਾਹਮਣੇ, ਬੱਚਾ ਪੰਜਾਬ ਦੇ ਇਸ਼ੂ ਨੂੰ ਜਾਣਦਾ ਹੈ। ਪੰਜਾਬ ਦੇ ਪਾਣੀ ਖਤਮ ਹੋ ਰਹੇ ਨੇ, ਪੰਜਾਬ ਦੀ ਅਗਲੀ ਪੀੜ੍ਹੀ ਜਿਹੜੀ ਵਿਦੇਸ਼ਾਂ ਨੂੰ ਭੱਜਦੀ ਜਾ ਰਹੀ ਹੈ, ਬ੍ਰੇਨ ਡਰੇਨ ਹੋ ਰਿਹਾ। ਸੋ ਏਦਾਂ ਦੀਆਂ ਜਦੋਂ ਹੈਲਪਲਾਈਨ ਜਾਰੀ ਕਰਨੀਆਂ, ਜਿੱਥੇ ਮੁੱਖ ਮੰਤਰੀ ਹੋਵੇ, ਜਿੱਥੇ ਮਿਨਿਸਟਰਸ ਦੀ ਫੌਜ, ਐਮਐਲਏ ਦੀ ਫੌਜ, ਪ੍ਰਸ਼ਾਸਨਿਕ ਅਧਿਕਾਰੀ, ਫਿਰ ਇੱਕ ਬਾਹਰਲਾ ਲੀਡਰ ਜਿਹੜਾ ਕਿ ਸਿਰਫ ਨੋਮੀਨੇਸ਼ਨ ਦੇ ਤਹਿਤ ਹੀ ਸਿੱਧਾ ਨੋਮੀਨੇਟ ਹੋਇਆ, ਜਿਹਨੂੰ ਇਲੈਕਟ ਵੀ ਨਹੀਂ ਕੀਤਾ, ਉਹ ਆਪਣਾ ਵੱਖਰਾ ਹੀ ਹੈਲਪਲਾਈਨ ਨੰਬਰ ਜਾਰੀ ਕਰਦਾ। ਮੈਂ ਉਹਨੂੰ ਉਹਨਾਂ ਸਟੀਕ ਨਹੀਂ ਸਮਝਦਾ, ਉਹਨਾਂ ਜ਼ਿੰਮੇਵਾਰੀ ਦੇ ਨਾਲ ਨਹੀਂ ਸਮਝਦਾ। ਔਰ ਲੋਕਾਂ ਨੇ ਟਰੋਲ ਵੀ ਕਰਨਾ ਸ਼ੁਰੂ ਕਰ ਦਿੱਤਾ ਕਿ ਜੀ ਫਲਾਣਾ ਮੈਸੇਜ ਕਰਤਾ। ਫਿਰ ਜੇ ਮੈਸੇਜ ਹੀ ਕਰਨੇ ਆ ਤੇ ਇਹ ਵੀ ਦੱਸਣ ਨਾ ਰਾਘਵ ਚੱਡਾ ਫਿਰ ਉਹਨੇ ਮੈਸੇਜ ਰੀਡ ਕਿਵੇਂ ਕਰਦੇ ਆ। ਜਿਵੇਂ ਹੈਲਪਲਾਈਨ ਨੰਬਰ ਜਾਰੀ ਕੀਤਾ ਸੀ, ਐਂਟੀ ਕਰਪਸ਼ਨ ਹੈਲਪਲਾਈਨ ਜੀ,
ਕੋਈ ਰਿਸ਼ਵਤ ਮੰਗਦਾ ਜੀ, ਵੀਡੀਓ ਬਣਾ ਕੇ ਭੇਜੋ ਜੀ, ਇਹ ਕਰੋ ਜੀ, ਉਹ ਕਰੋ ਜੀ। ਮੈਨੂੰ ਤਾਂ ਇਹ ਗੱਲ ਸਮਝ ਨਹੀਂ ਆਉਂਦੀ ਕਿ ਇਹ ਲੋਕ ਨਾਲਾਇਕ ਲੀਡਰ ਜਿਹੜੇ ਆ, ਉਹ ਆਪਣੇ ਅਦਾਰਿਆਂ ਨੂੰ ਮਜ਼ਬੂਤ ਕਰਨ ਦੀ ਬਜਾਏ ਲੋਕਾਂ ਨੂੰ ਧਿਰ ਕੇ ਬਣਾਉਂਦੇ ਆ। ਲੋਕਾਂ ਕੋਲੋਂ ਵੀਡੀਓਜ਼ ਕਿਉਂ ਬਣਵਾਉਂਦੇ ਆ? ਜੇ ਕਰਪਸ਼ਨ ਦੀ ਗੱਲ ਹੈ, ਤੇ ਵਿਜੀਲੈਂਸ ਅਦਾਰਾ ਨਹੀਂ ਹੈਗਾ, ਐਂਟੀ ਕਰਪਸ਼ਨ ਅਦਾਰੇ ਨਹੀਂ ਹੈਗੇ, ਉਹਨਾਂ ਦੀ ਡਿਊਟੀ ਕੀ ਫਿਰ ਉਹ ਕੀ ਕਰ ਰਹੇ ਹੈਗੇ? ਜੇ ਉਹਨਾਂ ਨੂੰ ਪਤਾ ਹੈ ਕਿ ਇੱਕ ਤਹਿਸੀਲਦਾਰ ਰਜਿਸਟਰੀ ਕਰਨ ਵਾਸਤੇ ਰਿਸ਼ਵਤ ਲੈਂਦਾ ਹੈ, ਇੱਕ ਥਾਣੇ ਦੇ ਵਿੱਚ ਥਾਣੇਦਾਰ ਕਿਸੇ ਕੰਮ ਨੂੰ ਕਰਨ ਵਾਸਤੇ ਰਿਸ਼ਵਤ ਲੈਂਦਾ ਹੈ, ਤੇ ਉਹ ਜਿਹੜੇ ਵੱਡੇ-ਵੱਡੇ ਲੱਖਾਂ ਰੁਪਏ ਤਨਖਾਹ ਲੈਣ ਵਾਲੇ ਐਸਐਸਪੀ, ਡੀਐਸਪੀ, ਇੰਸਪੈਕਟਰ ਵਿਜੀਲੈਂਸ ਵਿਭਾਗ ਦੇ, ਉਹ ਫਿਰ ਕਾਹਦੀ ਤਨਖਾਹ ਲੈ ਰਹੇ ਨੇ? ਉਹਨਾਂ ਨੇ ਕੰਮ ਕੀ ਕਰਨਾ? ਉਹਨਾਂ ਨੂੰ ਡਿਊਟੀ ਦੇ ਉੱਤੇ ਐਨਫੋਰਸ ਕੀਤਾ ਜਾਵੇ, ਉਹਨਾਂ ਅਦਾਰਿਆਂ ਨੂੰ ਮਜ਼ਬੂਤ ਕੀਤਾ ਜਾਵੇ। ਲੋਕਾਂ ਨੇ ਰਾਏ ਕੀ ਦੇਣੀ ਹੁੰਦੀ ਹੈ? ਕਿਸੇ ਵੀ ਲੀਡਰ ਨੂੰ ਜੇ ਉਹਨੇ ਕਿਸੇ ਜਗ੍ਹਾ ਤੇ ਵਿਜ਼ਿਟ ਕਰਨਾ ਤੇ ਉਹ ਜੇ ਪ੍ਰੋਟੋਕੋਲ ਰੱਖਦਾ ਤੇ ਡਿਪਟੀ ਕਮਿਸ਼ਨਰ ਤੋਂ ਲੈ ਕੇ ਪ੍ਰਸ਼ਾਸਨਿਕ ਅਧਿਕਾਰੀਆਂ ਕੋਲੋਂ ਮਿੰਟਾਂ ਸਕਿੰਟਾਂ ਦੇ ਵਿੱਚ ਸਾਰੀ ਰਿਪੋਰਟ ਲੈ ਸਕਦਾ ਹੁੰਦਾ ਹੈ ਕਿ ਕਿਹੜੇ ਸਟੇਟ ਦੇ ਵਿੱਚ, ਕਿਹੜੇ ਹਲਕੇ ਦੇ ਵਿੱਚ, ਕਿਹੜੇ ਜ਼ਿਲ੍ਹੇ ਦੇ ਵਿੱਚ, ਕਿਹੜੇ ਬੂਥ ਦੇ ਵਿੱਚ ਕਿਹੜੀ ਚੀਜ਼ ਦੀ ਜ਼ਰੂਰਤ ਹੈਗੀ ਹੈ। ਸੋ ਇਸ ਕਰਕੇ ਇਹ ਪੋਪੂਲਰਿਜ਼ਮ ਦੀ ਰਾਜਨੀਤੀ ਮੈਂ ਕਹਿ ਸਕਦਾ ਕਿ ਬੜਾ ਹੀ ਸੌਖਾ ਹੁੰਦਾ ਸੰਜੀਵ ਜੀ, ਕਿ ਇੱਕ ਫੋਨ ਨੰਬਰ ਜਾਰੀ ਕਰ ਦੇਣਾ। ਹੁਣੇ ਹੀ ਅਸੀਂ ਇਸ ਪ੍ਰੋਗਰਾਮ ਦੇ ਰਾਹੀਂ ਵੀ ਆਪਣਾ ਨੰਬਰ ਜਾਰੀ ਕਰ ਸਕਦੇ ਹਾਂ ਕਿ ਕੋਈ ਸਾਨੂੰ ਸੁਝਾਅ ਦਿਓ। ਸੁਝਾਅ ਤੇ ਲੋਕ ਦਿੰਦੇ ਹੀ ਨੇ, ਪਰ ਜੇ ਚੰਗੇ ਸੁਝਾਅ ਲੋਕ ਦੇਣ, ਚੰਗੀ ਅਸੀਂ ਗੱਲ ਕਰੀਏ ਤੇ ਫਿਰ ਹੀ ਲੋਕ ਇਹਨਾਂ ਗੱਲਾਂ ਦੇ ਵਿੱਚ ਸ਼ਾਮਲ ਹੋਣਗੇ। ਸੋ ਇਹ ਇੱਕ ਲੋਕਾਂ ਦੇ ਮਨਾਂ ਦੇ ਵਿੱਚ, ਲੋਕਾਂ ਦੀ ਸੋਚ ਦੇ ਵਿੱਚ ਆਧਾਰ ਪੈਦਾ ਕਰਨਾ ਔਰ ਮੀਡੀਆ ਪਲੇਟਫਾਰਮ ਵੱਲੋਂ ਉਹਨਾਂ ਨੰਬਰਾਂ ਨੂੰ ਬੜੇ ਵੱਡੇ ਲੈਵਲ ਤੇ ਫਲੈਸ਼ ਕਰਨਾ, ਬੜਾ ਗੂੜਾ-ਗੂੜਾ ਕਰਕੇ ਦਿਖਾਉਣਾ, ਉਹ ਸਾਰਾ ਐਡਵਰਟਾਈਜ਼ਮੈਂਟ ਦਾ ਰੋਲ ਹੈਗਾ। ਮੈਨੂੰ ਇਹ ਗੱਲ ਕਰਕੇ ਕੋਈ ਦੱਸੇ ਕਿ ਕਿਸੇ ਵੀ ਬੰਦੇ ਨੇ ਰਾਘਵ ਚੱਡਾ ਨੂੰ ਸਿੱਧਾ ਫੋਨ ਕੀਤਾ ਔਰ ਰਾਘਵ ਚੱਡਾ ਨੇ ਮੌਕੇ ਦੇ ਉੱਤੇ ਉਹਦਾ ਕੰਮ ਕਰਵਾਇਆ। ਸੋ ਇਸ ਕਰਕੇ ਏਦਾਂ ਦੀਆਂ ਗੱਲਾਂ, ਸੁਝਾਅ ਜਿਹੜੇ ਉਹ ਚੱਲਦੇ ਰਹਿੰਦੇ ਆ। ਸੁਝਾਅ ਦੇ ਅਖਬਾਰਾਂ ਦੇ ਵਿੱਚ ਇੰਨੇ ਸੁਝਾਅ ਰੋਜ਼ ਮਿਲਦੇ ਆ, ਕਿਤੇ ਨਸ਼ਾ ਫੜਿਆ ਜਾਂਦਾ, ਕਿਤੇ ਡਰੱਗ ਤਸਕਰੀ, ਕਿਤੇ ਮਰਡਰ ਹੋ ਗਿਆ। ਇਹ ਸੁਝਾਅ ਨਹੀਂ, ਜ਼ਰੂਰੀ ਹੈ ਲੋਕਾਂ ਨੇ ਸਾਰੀ ਗੱਲ ਜਿਹੜੀ ਆਪਣੇ ਮੂੰਹੋਂ ਹੀ ਬੋਲ ਕੇ ਦੱਸਣੀ ਹੁੰਦੀ ਹੈ। ਲੀਡਰਾਂ ਦੀ ਆਪਣੀ ਜ਼ਿੰਮੇਵਾਰੀ ਵੀ ਬਣਦੀ ਹੁੰਦੀ ਹੈ। ਚਲੋ ਅੱਛੀ ਗੱਲ ਹੈ, ਜੇ ਸੁਝਾਅ ਮੰਗ ਵੀ ਰਹੇ ਨੇ, ਪਰ ਉਹਦਾ ਪ੍ਰੈਕਟੀਕੈਲਿਟੀ ਕੀ ਅਮਲ ਦਰਾਮਦ ਹੈਗਾ, ਉਹਦਾ ਪ੍ਰੈਕਟੀਕਲ ਵਜੂਦ ਕੀ ਹੈਗਾ ਇਹਨਾਂ ਗੱਲਾਂ ਦਾ? ਕੀ ਅਸੀਂ ਜੇ ਜਿੰਨੇ ਵੀ ਸੁਝਾਅ ਭੇਜਦੇ, ਕੀ ਵਾਕਈ ਉਹਨਾਂ ਨੂੰ ਐਡਰੈਸ ਕੀਤਾ ਜਾਂਦਾ ਔਰ ਲੋਕਾਂ ਨੂੰ ਡਿਲੀਵਰ ਕੀਤਾ ਜਾਂਦਾ? ਇਸ ਕਰਕੇ ਅਸੀਂ ਵੀ ਅੱਜ ਸੁਝਾਅ ਭੇਜ ਕੇ ਦੇਖ ਲੈਂਦੇ ਹਾਂ ਕਿ ਇਹ ਸਾਰੇ ਮੁੱਦੇ ਪੰਜਾਬ ਦੇ ਹੈਗੇ। ਇਹਨਾਂ ਨੂੰ ਖਾਲੀ ਰੇਜ਼ ਹੀ ਨਹੀਂ ਕਰਨਾ, ਰੇਜ਼ ਕਰਨ ਦਾ ਕੋਈ ਮਤਲਬ ਨਹੀਂ। ਰੇਜ਼ ਕਰਨ ਤੋਂ ਬਾਅਦ ਉਹਨਾਂ ਨੂੰ ਇੰਪਲੀਮੈਂਟ ਕਰਵਾਉਣਾ, ਡਿਲੀਵਰ ਕਰਵਾਉਣਾ, ਇਹ ਸਭ ਤੋਂ ਜ਼ਿਆਦਾ ਇੰਪੋਰਟੈਂਟ ਰੱਖਦਾ ਹੈ। ਸਿਰਫ ਇੱਕ ਪੋਪੂਲਰਿਜ਼ਮ ਵਾਲੇ ਬਿਆਨ, ਮਸ਼ਹੂਰੀ ਵਾਲੇ ਬਿਆਨ, ਅਖਬਾਰੀ ਬਿਆਨ, ਜਿਹੜੇ ਬਿਆਨ ਬਹਾਦਰ ਬਣ ਕੇ ਏਦਾਂ ਦੇ ਨੰਬਰ ਜਾਰੀ ਕਰਨ ਕੱਲਿਆਂ ਨਾਲ ਕੁਝ ਵੀ ਨਹੀਂ ਹੋਣਾ। ਨੰਬਰ ਤਾਂ ਹਰ ਕੋਈ ਹੁੰਦਾ, ਕਿਸਾਨ ਹੈਲਪਲਾਈਨ ਹੁੰਦੀ ਹੈ, ਬਹੁਤ ਸਾਰੇ ਪੁਲਿਸ ਦੇ ਐਨਫੋਰਸਮੈਂਟ ਦੇ ਨੰਬਰ ਹੁੰਦੇ ਆ, ਬਿਜਲੀ ਬੋਰਡ ਦਾ ਨੰਬਰ ਹੈਗਾ, ਸਾਰੇ ਅਦਾਰਿਆਂ ਦੇ ਆਪਣੇ ਨੰਬਰ ਹੁੰਦੇ ਆ। ਉਹ ਘੱਟ ਸਾਰੇ ਕਾਨੂੰਨ ਦੇ ਵਿੱਚ ਏਦਾਂ ਹੀ ਅਮਲ ਦਰਾਮਦ ਹੋ ਰਹੀ, ਇਕੱਲੇ ਨੰਬਰਾਂ ਨਾਲ ਸੰਜੀਵ ਜੀ ਨਹੀਂ ਹੁੰਦੀ। ਤੁਹਾਡੀ ਇੰਟੈਂਸ਼ਨ ਕੀ ਹੈ? ਪੰਜਾਬ ਦੇ ਲੋਕਾਂ ਨੂੰ ਤੁਸੀਂ ਦੇਣਾ ਕੀ ਹੈ? ਰਾਜ ਸਭਾ ਮੈਂਬਰ ਕਿੰਨੇ ਨੇ? ਇੱਕ ਹੀ ਨੰਬਰ ਦੇ ਰਿਹਾ ਤੇ ਉਹ ਫਿਰ ਕੀ ਕਰ ਰਿਹਾ? ਸੋ ਕੀ ਉਹ ਪ੍ਰੈਕਟੀਕੈਲਿਟੀ ਦੇ ਵਿੱਚ ਲੋਕਾਂ ਨੂੰ ਦੇ ਰਿਹਾ? ਇਹ ਜ਼ਿਆਦਾ ਇੰਪੋਰਟੈਂਟ ਹੈ। ਰਾਈਟ, ਕਿਉਂਕਿ ਜਦੋਂ ਸੀਐਮ ਦੇ ਚਿਹਰੇ ਨੂੰ ਨਿਰਧਾਰਿਤ ਕਰਨਾ ਸੀ, ਉਦੋਂ ਵੀ ਪਬਲਿਕ ਕੋਲੋਂ ਰਾਏ ਮੰਗਣ ਵਾਸਤੇ ਕੇਜਰੀਵਾਲ ਸਾਹਿਬ ਨੇ ਨੰਬਰ ਜਾਰੀ ਕੀਤਾ, ਫਿਰ ਕਰਪਸ਼ਨ ਖਤਮ ਕਰਨ ਵਾਸਤੇ ਨੰਬਰ ਜਾਰੀ ਕੀਤਾ, ਬਜਟ ਪਾਸ ਕਰਨਾ ਫਿਰ ਨੰਬਰ ਜਾਰੀ ਕੀਤਾ, ਹੁਣ ਫਿਰ ਇੱਕ ਨੰਬਰ ਜਾਰੀ ਕੀਤਾ ਹੈ ਰਾਘਵ ਚੱਡਾ ਨੇ। ਯੂ ਆਰ ਵੈਰੀ ਰਾਈਟ ਕਿ ਪੋਪੂਲਰ ਪੋਲਿਟਿਕਸ ਦੀ ਬਜਾਏ ਪ੍ਰੈਕਟੀਕਲ ਪੋਲਿਟਿਕਸ ਤੇ ਆਓ, ਫੰਕਸ਼ਨਲ ਨੌਲੇਜ ਜੋ ਹੈ ਉਸ ਨੂੰ ਅਪਲਾਈ ਕਰਕੇ ਰਿਜ਼ਲਟ ਦਿਓ, ਡਿਲੀਵਰ ਕਰੋ। ਤਮਾਸ਼ਾ ਕਰਨਾ ਬੰਦ ਕਰ ਦਿਓ, ਇਵੈਂਟ ਕ੍ਰੀਏਟ ਕਰਨਾ ਬੰਦ ਕਰ ਦਿਓ, ਪੋਪੂਲਰ ਪੋਲਿਟਿਕਸ ਬੰਦ ਕਰ ਦਿਓ। ਥੈਂਕ ਯੂ ਵੈਰੀ ਮਚ ਪਵਨ ਜੀ, ਤੁਸੀਂ ਸਾਡੇ ਦਰਸ਼ਕਾਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ। ਥੈਂਕ ਯੂ ਵੈਰੀ ਮਚ, ਆਲ ਦਾ ਬੈਸਟ। ਸੋ ਅਸੀਂ ਆਪਣੇ ਦਰਸ਼ਕਾਂ ਨੂੰ ਗੁਜ਼ਾਰਿਸ਼ ਕਰਾਂਗੇ ਕਿ ਤੁਸੀਂ ਵੀ ਆਪਣੇ ਬਣਦੇ ਵਿਚਾਰ ਸਾਨੂੰ ਜ਼ਰੂਰ ਇਨਬਾਕਸ ਕਰੋ ਕਿ ਤੁਸੀਂ ਇਸ ਮੁੱਦੇ ਦੇ ਉੱਤੇ ਕੀ ਸੋਚਦੇ ਹੋ, ਕਿਉਂਕਿ ਤੁਸੀਂ ਜਿਹੜੇ ਸਾਨੂੰ ਆਪਣੇ ਵਿਚਾਰ ਭੇਜੋਗੇ ਉਹਦੇ ਮੁਤਾਬਿਕ ਅਸੀਂ ਹੋਰ ਮੁੱਦੇ ਤੁਹਾਡੇ ਲਈ ਲੈ ਕੇ ਆਵਾਂਗੇ ਪੰਜਾਬ ਚਰਚਾ ਦੇ ਵਿੱਚ। ਬਹੁਤ ਬਹੁਤ ਸ਼ੁਕਰੀਆ ਤੇ ਸਾਡਾ ਚੈਨਲ ਪੰਜਾਬ ਮਿਲ USA TV ਸਬਸਕ੍ਰਾਈਬ ਕਰੋ। ਸਤਿ ਸ਼੍ਰੀ ਅਕਾਲ ਜੀ।